एक ओंकार सतनाम करता पुरख निरभउ निर्वैर अकाल मूरत जूनी सेवा गुर प्रसाद। धन धन गुरु ग्रंथ साहब जी महाराज, धन गुरु गोबिंद सिंह साहब सच्चे पातशाह। नदर करो महाराज, कृपा करो। वाहिगुरु जी, वाहिगुरु जी। जपजी साहब ਦੀ ਵਿਚਾਰ ਚਲਦੀ ਸੀ। ਅਸੀਂ ਗਾਵੇ ਦੀ ਪੌੜੀ ਪਰਸੋਂ ਕੀਤੀ ਹੈ। ਅੱਜ ਅਸੀਂ ਸਾਚਾ ਸਾਹਿਬ ਸਾਚ ਨਾਏ ਵਾਕਿਆ ਪਾਓ ਅਪਾਰ। ਆਖੇ ਮੰਗੇ ਦੇ ਦੇ, ਦਾਤ ਕਰੇ ਦਾਤਾਰ। ਫੇਰ ਕੇ ਅੱਗੇ ਰੱਖੀਏ ਜਿਤ ਦਸੇ ਦਰਬਾਰ। ਮੂੰਹ ਕੀ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ। ਅੰਮ੍ਰਿਤ ਵੇਲਾ ਸਾਚ ਨਾਉ ਵਡਿਆਈ ਵਿਚਾਰ। ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ। ਨਾਨਕ एवे जानिए सब आपे सचियार। नानक एवे जानिए सब आपे सचियार। वाहिगुरु जी। धन धन गुरु ग्रंथ साहब जी महाराज, धन गुरु गोबिंद सिंह साहब सच्चे पातशाह। जपजी साहब गुरु नानक साहब के दर्शन हैं। महाराज सच दे व्यापारी, सत नाल इन्ना गहन प्रेम है। कुछ ही पौड़ियां हुई हैं, सब सच का शब्द किन्नी वारी सामने आ गया। सतनाम विच आया है, फिर आद सत विच आया है, फिर महाराज हम सच नाल शुरू कर दे। सच का रूप, निरंकार का रूप गुरु साहब बहुते दूर नहीं जाते। पौड़ी महाराज ने सच तो ही एक तरह शुरू की है। साचा साहिब इवें लगता जिवें वो सच नूं जी रहे हैं, उस सच दे आनंद विच मुड़ मुड़ उस सच दे विकास विच चले जाते हैं। बाणी उन्होंने आती है, प्रगट कर देंदे हैं। ਇਹ ਤੇ ਨਿਰੰਕਾਰ ਦੀ ਖੇਡਾਂ ਨੇ, ਗੁਰੂਆਂ ਦੀਆਂ ਲੀਲਾ ਨੇ। ब्रह्म ज्ञान ब्रह्म अवस्था विच सर्व कला समर्थ। इन्हां दी गल्लां ना असीं कर सकीए ना जान सकीए, पर साहिब दे बचनां दे नाल साहिब नूं समझण दा यतन करदे हां। जो उन्हां ने कहा सानूं उहदे चों की समझ आंदा है। गुरु ना सानूं सत वल प्रेरदा है। गुरु दे शब्द सारे ही सत दे यूनिवर्सल ट्रुथ, जो सत हर जगह सत है, किसी रेस और समय दे बंदिश विच नहीं है। गुरु ग्रंथ साहब की पूरी बाणी मोरलेस इस तरह ही है, पर बाणी नूं पढ़दे होए असी उहदे अर्थ अपने हिसाब नाल कई बारी मोड़ लैंदे हैं। मन चलाक है, सियाणपां इहदे कोल बड़ियां ने। अपने सत तो मूँह मोड़न लई भी बहुत मन सियाणप रखता है। कोशिश यही करता है कि अपना आप त्यागना ना पे, मन छड्डना ना पे जिहड़ा मैं बनाया है, झूठ नूं छड्डना ना पे। ਤਾਂ ਸ਼ਬਦਾਂ ਦੀ ਵੀ ਅਸੀਂ ਉਹਨਾਂ ਤੁਕਾਂ ਤੇ ਸਾਡਾ ਧਿਆਨ ਜਾਂਦਾ ਜਿਨ੍ਹਾਂ 'ਚ ਬਹੁਤੀ ਮਿਹਨਤ ਨਹੀਂ ਲੱਗਦੀ ਹੈ। ਮਤਲਬ ਮੇਰਾ ਭਾਵ ਅਰਥ ਕੀ ਹੈ ਕਿ ਅਸੀਂ ਜੋ ਸ਼ਬਦ ਦਾ ਤਤ ਗਿਆਨ ਹੈ ਉਹਦੇ ਤੇ ਬਾਦਫਾ ਫੋਕਸ ਨਹੀਂ ਕਰਦੇ ਹਾਂ, ਕਿਉਂਕਿ ਤਤ ਗਿਆਨ ਵੱਲ ਧਿਆਨ ਕਰਨ ਵਿੱਚ ਸਾਨੂੰ ਆਪਣੀ ਮਿਹਨਤ ਵੀ ਕਰਨੀ ਪਏਗੀ। ਸ਼ਬਦ ਵਿੱਚ ਮੇਰਾ ਕੀ ਰੋਲ ਬਣਦਾ ਹੈ, ਮੈਨੂੰ ਕੀ ਕਰਨਾ ਹੈ, ਉਹ ਵੀ ਮਹਾਰਾਜ ਨਾਲ ਨਾਲ ਸਮਝਾਉਂਦੇ ਹਨ। किस तरह देखना है, एटीट्यूड चेंज करना है या कुछ होर तरह तैयारी करनी है। गल सारी इत्थे आंदी है कि मैं शब्द नूं किस भाव नाल पढ़दा हां। सिख जीवन जिहड़ा है वो एक जिग्यासा तो नहीं है,
ਇਨਕੁਆਇਰੀ ਤੋਂ ਨਹੀਂ ਹੈ, ਉਹ ਸਿਰਫ ਇਨਕੁਇਜ਼ਿਟਿਵਨੈਸ ਤੋਂ ਨਹੀਂ ਹੈ ਸਿੱਖੀ ਦਾ ਜੀਵਨ। ਅਧਿਆਤਮ ਦਾ ਮਾਰਗ ਬਹੁਤ ਸੀਰੀਅਸ ਮਾਰਗ ਹੈ, ਇੱਕ ਤਰ੍ਹਾਂ ਨਾਲ ਸੀਰੀਅਸ ਹੈ, ਇੱਕ ਤਰ੍ਹਾਂ ਨਾਲ ਖੇੜੇ ਨਾਲ ਭਰਿਆ ਹੋਇਆ ਹੈ। ਜਿਸ ਤਰ੍ਹਾਂ ਦੇਖ ਲਓ, ਦੇਖਣ ਦਾ ਤਰੀਕਾ ਫਰਕ ਹੈ। ਪਰ ਇੱਥੇ ਐਨਰਜੀ ਔਰ ਐਫਰਟ ਕੈਜੂਅਲ ਨਹੀਂ ਹੈ। ਕੈਜੂਅਲ ਮਤਲਬ ਕਿ ਹਾਫ ਹਾਰਟਡ ਐਨਰਜੀ ਲੱਗੀ ਹੋਏ, ਜਾਂ ਥੋੜਾ ਸਮਝਿਆ ਨਹੀਂ ਸਮਝਿਆ, ਆਪਣੇ ਆਪ ਅਜ਼ਿਊਮ ਕਰ ਲਿਆ। ਇੱਕ ਡੈਡੀਕੇਟਿਡ ਐਫਰਟ ਹੈ। ਅਧਿਆਤਮ ਦਾ ਮਾਰਗ ਇੱਕ ਕਮਿਟਮੈਂਟ ਹੈ, ਕਿਉਂਕਿ ਇੱਥੇ ਸਿਰ ਮੰਗਣ 'ਚ ਦੇਰ ਨਹੀਂ ਲਗਾਉਂਦਾ ਗੁਰੂ। ਫਿਰ ਅਸੀਂ ਅਗਰ ਚੂਕ ਗਏ ਤਾਂ ਵੇਲਾ ਹੱਥੋਂ ਨਿਕਲ ਗਿਆ। ਸੀਸ ਦੇਣ ਦੀ ਤਿਆਰੀ ਤਾਂ ਬਹੁਤ ਥੋੜਿਆਂ ਦੀ ਹੁੰਦੀ ਹੈ। ਬਹੁਤ ਥੋੜੇ ਲੋਕ ਹੁੰਦੇ ਨੇ, ਵਿਰਲੇ ਹੀ ਕੋਈ ਹੋਣਗੇ, ਪਰ ਗੁਰੂ ਸਿੱਖ ਦੇ ਪ੍ਰੇਮ ਨੂੰ ਜਾਣਦਾ ਹੈ, ਗੁਰੂ ਸੰਭਾਲਦਾ ਹੈ। ਜਿਵੇਂ ਭਾਈ ਗੁਰਦਾਸ ਦੀ ਬਾਣੀ 'ਚ ਅਸੀਂ ਵਿਚਾਰਿਆ ਸੀ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ, ਚਲ ਸਤਿਗੁਰ ਕੋਟ ਪੈਂਡਾ ਅੱਗੇ ਹੋਏ ਲੇਤਾ ਹੈ। ਅਸੀਂ ਪੂਰੇ ਧਿਆਨ ਨਾਲ, ਪ੍ਰੇਮ ਨਾਲ ਇੱਕ ਵਾਰ ਗੁਰੂ ਵੱਲ ਚੱਲਾਂਗੇ ਤਾਂ ਗੁਰੂ ਸਾਡੇ ਜੀਵਨ ਵਿੱਚ ਹਾਜ਼ਰ ਹੋ ਜਾਏਗਾ। ਸਾਨੂੰ ਸਿਰਫ ਮੁੱਖ ਮੋੜਨ ਦੀ ਲੋੜ ਹੈ। ਪਰ ਇਹ ਕੈਜੂਅਲ ਐਫਰਟ ਨਹੀਂ ਹੈ ਕਿ ਥੋੜਾ ਬਹੁਤ ਸਮਝਿਆ ਜਾਂ ਨਾ ਵੀ ਸਮਝਿਆ, ਸੋਚ ਲਿਆ ਕਿ ਸਮਝ ਲਿਆ। ਇੱਥੇ ਐਫਰਟ ਸੀਰੀਅਸ ਹੋਣਾ ਚਾਹੀਦਾ ਹੈ। ਇੱਕ ਸ਼ਬਦ ਆਉਂਦਾ ਹੈ ਮੁਮੁਕਸ਼ੂ, ਜਿਹਦੇ 'ਚ ਸੀਰੀਅਸ ਇਨਕੁਆਇਰੀ ਹੋਈ। ਕੇਵਲ ਇਨਕੁਇਜ਼ਿਟਿਵਨੈਸ ਨਹੀਂ ਹੈ, ਜਿਗਿਆਸਾ ਨਹੀਂ ਹੈ, ਸਿਰ ਜਾਣ ਲਈਏ ਕੀ ਹੈ, ਚਲੋ ਇਹ ਵੀ ਦੇਖ ਲੈਂਦੇ ਆ। ਇਹ ਜੀਵਨ ਦਾ ਤੱਤ ਗਿਆਨ ਹੈ, ਜੜ ਹੈ। ਜਿਵੇਂ ਪੇੜ ਨੂੰ ਅਗਰ ਜੀਵਨ ਜਾਣ ਲਈਏ ਤਾਂ ਇਹ ਜੜ ਹੈ, ਰੂਟਸ, ਜਿਸ ਤੋਂ ਸਭ ਕੁਝ ਬਣਿਆ ਹੈ। ਇਹ ਨਿਰੰਕਾਰ ਦੀ ਜਾਣਨ ਦੀ ਜਿਗਿਆਸਾ ਹਲਕੀ ਨਹੀਂ ਹੋ ਸਕਦੀ। ਇੱਥੇ ਤਾਂ ਸੂਰਮੇ ਜੀਂਦੇ ਨੇ ਜਿਹੜਾ ਆਪਣਾ ਆਪ ਵਾਰਨਾ ਜਾਣਦੇ ਹਨ, ਜਾਂ ਆਸ਼ਿਕ ਜੀਂਦੇ ਹਨ ਜਿਹੜੇ ਪ੍ਰੇਮ ਕਰਦੇ ਹਨ ਰੱਬ ਨਾਲ, ਉਸ ਪ੍ਰੇਮ ਵਿੱਚ ਆਪਣਾ ਸਭ ਕੁਝ ਦੇਣ ਨੂੰ ਤਿਆਰ ਨੇ। ਸਾਹਿਬ ਸਾਨੂੰ ਇਹ ਅੱਜ ਦੀ ਪੌੜੀ ਵਿੱਚ ਕੁਝ ਪ੍ਰੇਮ ਦੀ ਗੱਲ ਵੀ ਕਰਦੇ ਹਨ, ਔਰ ਨਿਰਾਲੇ ਤਰੀਕੇ ਨਾਲ ਕਰਦੇ ਹਨ। ਦੇਖੋ ਮਹਾਰਾਜ, ਗੱਲ ਕੀ ਹੈ ਕਿ ਪ੍ਰੇਮ ਇੱਕ ਇਹੋ ਜਿਹੀ ਐਨਰਜੀ ਹੈ ਜਿਹੜੀ ਟ੍ਰਾਂਸੈਂਡ ਕਰ ਲੈਂਦੀ, ਜਿਹਦੇ ਵਿੱਚ ਬਹੁਤ ਆਸਾਨੀ ਨਾਲ ਅਸੀਂ ਇਸ ਮਾਰਗ ਤੇ ਆਪਣੇ ਆਪ ਨੂੰ ਸੰਭਾਲ ਲੈਂਦੇ ਹਾਂ। ਨਹੀਂ ਤੇ ਸੰਭਾਲਣਾ ਸੌਖਾ ਨਹੀਂ ਹੈ। ਜੀਵਨ ਜੀਂਦੇ ਹੋਏ ਕਈ ਅੜਚਣਾਂ ਆਉਂਦੀਆਂ ਨੇ, ਹਰ ਅੜਚਨ ਨਵੀਂ ਦਿਖਦੀ ਹੈ ਆਪਣੇ ਆਪ ਵਿੱਚ, ਹਰ ਮੁਸੀਬਤ ਆਪਣੇ ਆਪ ਵਿੱਚ ਇਸ ਤਰ੍ਹਾਂ ਦਿਖਦੀ ਹੈ ਕਿ ਇਹ ਪਾਰ ਹੀ ਨਹੀਂ ਹੋਣ ਵਾਲੀ, ਔਰ ਸਾਡੀ ਸ਼ਕਤੀ ਲੈ ਲੈਂਦੀ ਜੀਵਨ ਦੀ, ਅਧਿਆਤਮ ਤੋਂ ਤੋੜ ਦਿੰਦੀ ਸਾਨੂੰ। ਫਿਰ ਕਰ ਲਵਾਂਗੇ ਕੀ ਫਰਕ ਪੈਂਦਾ ਹੈ। ਪਰ ਇੱਥੇ ਕੁਝ ਇਹ ਸਮਝਣਾ ਵੀ ਜ਼ਰੂਰੀ ਹੈ ਕਿ ਇਸ ਮਾਰਗ ਵਿੱਚ ਚੱਲਦੇ ਹੋਏ ਸਾਡੀ ਕੀ ਕਮਿਟਮੈਂਟਸ ਨੇ, ਔਰ ਇਹ ਮਾਰਗ ਹੈ ਕੀ। ਇਹਨਾਂ ਪੌੜੀ ਹੈ, ਜੇ ਅੱਜ ਦੀ ਪੌੜੀ ਵਿੱਚ ਸਾਹਿਬ ਸਾਨੂੰ ਇਹੀ ਸਮਝਾਉਂਦੇ ਹਨ ਕਿ ਸਾਚਾ ਸਾਹਿਬ ਸਾਚ ਨਾਏ, ਭਾਖਿਆ ਪਾਉ ਅਪਾਰ। ਇਹ ਸੱਚੇ ਸਾਹਿਬ ਦੀ ਗੱਲ ਹੋ ਰਹੀ ਹੈ ਭਾਈ, ਜਿਵੇਂ ਕਿ ਧਿਆਨ ਅਟੈਂਸ਼ਨ ਵਿੱਚ ਲਿਆਏ ਹੋਣ ਸਾਡਾ, ਉਹ ਸੱਚ ਹੈ। ਦੁਬਾਰਾ ਧਿਆਨ ਕਰ ਲਓ, ਉਹੀ ਹੈ ਸੱਚ, ਅਸੀਂ ਤਾਂ ਝੂਠ ਹਾਂ। ਕਿਉਂ ਸਾਡੇ 'ਚ ਪਰਿਵਰਤਨ ਰੈਗੂਲਰ ਹੈ, ਸਾਡੇ ਵਿੱਚ ਡਾਮਾਡੋਲਤਾ ਹੈ, ਸਾਡੇ ਵਿੱਚ ਇਕਾਗਰਤਾ ਨਹੀਂ ਹੈ। ਅਸੀਂ ਦੁਐਤ ਵਿੱਚ, ਹੰਕਾਰ ਵਿੱਚ ਫਿਰਦੇ ਹਾਂ। ਮਹਾਰਾਜ ਕਹਿੰਦੇ ਨੇ ਉਹ ਸਾਹਿਬ ਜਿਹੜਾ ਹੈ ਉਹ ਸੱਚ ਹੈ। ਫਿਰ ਧਿਆਨ ਕਰੋ, ਜਿਵੇਂ ਕਿ ਇਸ ਚੀਜ਼ ਨੂੰ
ਹਲਕਾ ਨਹੀਂ ਲੈਣਾ ਹੈ। ਉਹੀ ਹੈ, ਇਹ ਬਾਰ-ਬਾਰ ਦੁਹਰਾ ਰਹੇ ਸਾਨੂੰ। ਵੈਸੇ ਤਾਂ ਦੇਖਿਆ ਜਾਏ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਾਰੀ ਗੱਲ ਹੀ ਤੂੰ ਹੀ ਨਿਰੰਕਾਰ ਦੀ ਗੱਲ ਹੈ। ਤੁਰੀ ਅਵਸਥਾ ਦੀ ਗੱਲ ਅਸੀਂ ਬਾਰ-ਬਾਰ ਵਿਚਾਰੀ ਪਹਿਲਾਂ। ਮੈਂ ਨਹੀਂ ਕਿਛ ਹਉ ਨਹੀਂ, ਕਿਛ ਆਹੇ ਨਾ ਮੋਰਾ। ਇਹ ਕਿੰਨੀ ਉੱਤਮ ਜਗ੍ਹਾ ਹੈ। ਇਹ ਅਵਸਥਾ ਕੁਝ ਹੀ ਕਮਾ ਲੈਣ ਸ਼ਾਇਦ ਲੋਕ, ਪਰ ਇਹ ਬਾਣੀ ਦੇ ਸੰਗਤ ਨਾਲ ਸਭ ਕੁਝ ਪੋਸੀਬਲ ਹੈ। ਸ਼ਬਦ ਔਰ ਸੁਰਤ ਦੇ ਸਾਂਝ ਵਿੱਚ ਇਹ ਖੇਡ ਆਪਣੇ ਆਪ ਵਰਤਦੀ ਹੈ, ਸਹਿਜ ਵਿੱਚ ਆਉਂਦੀ ਹੈ। ਸਾਨੂੰ ਕਿਸ ਚੀਜ਼ ਦਾ ਧਿਆਨ ਕਰਨਾ ਹੈ, ਇਸ ਸੱਚ ਨੂੰ ਜਾਣਨ ਲਈ ਸਾਹਿਬ ਸਾਨੂੰ ਸਮਝਾ ਰਹੇ ਹਨ। ਬ੍ਰਾਹਮਣ ਬਿਰਤੀ ਵਿੱਚ ਸੰਸਕ੍ਰਿਤ ਭਾਸ਼ਾ ਗਿਣੀ ਜਾਂਦੀ ਰੱਬ ਦੀ, ਤਾਂ ਸ਼ੂਦਰ ਨੂੰ ਪਰਮਿਸ਼ਨ ਨਹੀਂ ਹੈ ਕਿ ਉਹ ਸੰਸਕ੍ਰਿਤ ਪੜ੍ਹ ਲਵੇ। ਪੁਰਾਤਨ ਸਮੇਂ ਵਿੱਚ ਉਹਨਾਂ ਦੇ ਕੰਨਾਂ ਵਿੱਚ ਲੋਹਾ ਪਿਘਾਲ ਕੇ ਤਾਂਬਾ ਜਾਂ ਲੈਡ ਪਾਇਆ ਜਾਂਦਾ ਸੀ, ਕੁਝ ਇਸ ਤਰ੍ਹਾਂ ਦਾ, ਜੇ ਅਗਰ ਉਹ ਸੁਣ ਵੀ ਲੈਣ। ਵੈਸਟ ਵਿੱਚ ਬਾਈਬਲ ਦੀ ਟ੍ਰਾਂਸਲੇਸ਼ਨ ਲੈਟਿਨ ਤੋਂ ਹੋਈ ਹੈ। ਗ੍ਰੀਕ ਮੈਥੋਲੋਜੀ ਵੀ ਮੇਰੇ ਖਿਆਲ ਲੈਟਿਨ 'ਚ ਲਿਖੀ ਹੋਣੀ ਹੈ, ਮੈਨੂੰ ਧਿਆਨ ਨਹੀਂ ਹੈ, ਪਰ ਅਸੀਂ ਤਾਂ ਅੰਗਰੇਜ਼ੀ 'ਚ ਪੜ੍ਹਦੇ ਹਾਂ। ਸਾਹਿਬ ਸਾਨੂੰ ਕਹਿ ਰਹੇ ਹੈ ਕਿ ਭਾਸ਼ਾ ਕਿਹੜੀ ਹੈ ਭਾਈ ਉਹਦੀ, ਨਿਰੰਕਾਰ ਦੀ ਭਾਸ਼ਾ ਕੀ ਹੈ। ਅਸੀਂ ਅਗਰ ਰੱਬ ਨਾਲ ਗੱਲ ਕਰਨੀ ਹੋਏ ਕਿਵੇਂ ਕਰਾਂਗੇ? ਕੋਈ ਤਰੀਕਾ ਹੈ? ਇਮੋਸ਼ਨ ਇੱਕ ਬੜਾ ਵੱਡਾ ਐਨਰਜੀ ਸੈਂਟਰ ਹੈ ਜੀਵਨ ਦਾ, ਔਰ ਇਹ ਜੋੜਦਾ ਹੈ ਸਾਨੂੰ। ਤੇ ਕਰੋਨਾ ਵਾਇਰਸ ਵਿੱਚ ਕਿਸੇ ਦੀ ਮੌਤ ਹੁੰਦੀ ਹੈ, ਦਰਦ ਸਾਡਾ ਵੀ ਹੁੰਦਾ। ਇਹ ਗਰੀਬ ਤਬਕਾ ਜਿਨ੍ਹਾਂ ਕੋਲ ਮੀਨਸ ਨਹੀਂ ਹਨ, ਕਿਤਨੇ ਹੀ ਕਿਲੋਮੀਟਰ ਪੈਦਲ ਜਾ ਰਹੇ ਹਨ, ਬੁਰੇ ਹਾਲ ਵਿੱਚ ਜਾ ਰਹੇ ਹਨ। ਅਸੀਂ ਵੀ ਪਰੇਸ਼ਾਨ ਹਾਂ ਇਸ ਗੱਲ ਤੇ। ਦਰਦ ਜਿਹੜਾ ਆਪਣਾ ਦਰਦ ਜਿਹੜਾ ਹੁੰਦਾ ਹੈ, ਅਗਰ ਉਸ ਨੂੰ ਅਸੀਂ ਅਵੇਅਰ ਹੁੰਦੇ ਹਾਂ ਤਾਂ ਅਸੀਂ ਦੂਸਰੇ ਦੇ ਦਰਦ ਨੂੰ ਇਗਨੋਰ ਨਹੀਂ ਕਰ ਪਾਉਂਦੇ। ਅਸੀਂ ਅਗਰ ਆਪਣੇ ਦਰਦ ਨੂੰ ਇਗਨੋਰ ਕੀਤਾ ਹੋਏਗਾ, ਫਿਰ ਦੂਸਰੇ ਦੇ ਦਰਦ ਨੂੰ ਅਸੀਂ ਦਰਦ ਨਹੀਂ ਜਾਣਾਂਗੇ। ਤਾਂ ਮਾਡਰਨ ਸਾਈਕੋਲੋਜੀ ਵਿੱਚ ਇਹਨੂੰ ਸਾਈਕੋਪੈਥ ਕਹਿ ਦਿੰਦੇ ਆ ਕਿ ਇਹਨੂੰ ਦਰਦ ਮਹਿਸੂਸ ਹੀ ਨਹੀਂ ਹੁੰਦਾ, ਨਾ ਆਪਣਾ ਨਾ ਕਿਸੇ ਹੋਰ ਦਾ। ਇਸ ਕਰਕੇ ਇਹ ਕਰੂੜ ਤੋਂ ਕਰੂੜ ਗੱਲ ਕਰ ਜਾਂਦਾ ਹੈ, ਕੋਈ ਦਰਦ ਨਹੀਂ ਲੱਗਦਾ ਇਹਨੂੰ। ਇਹੋ ਜਿਹੇ ਲੋਕ ਕਾਫੀ ਹੁੰਦੇ ਨੇ ਜੀਵਨ ਵਿੱਚ, ਸਾਨੂੰ ਨਹੀਂ ਦਿਖਦੇ ਹਨ। ਮੈਂ ਆਪ ਨੂੰ ਇਸ਼ਾਰਾ ਕਰਨ ਲੱਗਾ ਕਿ ਇਮੋਸ਼ਨ ਜਿਹੜੀਆਂ ਨੇ, ਭਾਵਨਾ ਜਿਹੜੀ ਹੈ, ਉਹ ਇੱਕ ਐਨਰਜੀ ਸੈਂਟਰ ਹੈ ਜੀਵਨ ਦਾ, ਔਰ ਦਰਅਸਲ ਇਹ ਡਰਾਈਵ ਕਰਦੀ ਲਾਈਫ ਨੂੰ। ਮੈਨੂੰ ਦੁੱਖ ਹੋਏਗਾ, ਭਾਵਨਾ ਹੈ। ਮੈਨੂੰ ਸੁੱਖ ਲੱਗੇਗਾ, ਭਾਵਨਾ ਹੈ। ਮੈਨੂੰ ਦਰਦ ਹੋਏਗਾ, ਮੈਂ ਅਕੇਲਾ ਮਹਿਸੂਸ ਕਰਾਂਗਾ, ਮੈਂ ਨਿਰਾਸ਼ ਹੋਵਾਂਗਾ, ਮੈਂ ਆਸ਼ਾਵਾਦੀ ਹੋਵਾਂਗਾ, ਮੈਂ ਹੋਪਲੈਸ ਹੋਵਾਂਗਾ। ਇਹ ਸਭ ਇਮੋਸ਼ਨਸ ਹੈਗੀਆਂ, ਔਰ ਇਹ ਸਾਡੀ ਡਰਾਈਵਿੰਗ ਐਨਰਜੀ, ਡਰਾਈਵਿੰਗ ਫੋਰਸ ਹੈ। ਕਿਵੇਂ ਹੈ ਕਿ ਜਿਵੇਂ ਮੈਂ ਕੋਈ, ਅੱਜ ਮੈਂ ਕੱਲ ਪੜ੍ਹਦਾ ਸੀ ਕਿ ਰਤਨ ਟਾਟਾ ਆਪਣੀ ਕੰਪਨੀ ਵੇਚਣ ਗਿਆ ਅਮਰੀਕਾ, ਉਸਨੂੰ ਫੋਰਡ ਨੇ ਬੁਲਾਇਆ ਕਿਉਂਕਿ ਗੱਡੀ ਦਾ ਬਿਜ਼ਨਸ ਜਿਹੜਾ ਅੱਛਾ ਨਹੀਂ ਸੀ ਚੱਲਦਾ। 96, 97, 98 ਦੀ ਗੱਲ ਹੋਣੀ ਉਸ ਵੇਲੇ। ਤਾਂ ਫੋਰਡ ਦੇ ਜਿਹੜਾ ਚੀਫ ਐਗਜ਼ੀਕਟਿਵ ਹੈ, ਉਸਨੇ ਕਹਿਤਾ ਕਿ ਜੀ ਤੁਸੀਂ ਇਹ ਕੀਤਾ ਕਿਉਂ? ਤੁਹਾਨੂੰ ਤਾਂ ਧੰਦਾ ਆਉਂਦਾ ਹੀ ਨਹੀਂ ਹੈ, ਤੁਹਾਨੂੰ ਇਹ ਬਿਜ਼ਨਸ ਆਉਂਦਾ ਨਹੀਂ ਛੋਟੀ ਗੱਡੀਆਂ ਦਾ, ਤੁਸੀਂ ਕਿਉਂ ਇਹ ਕੀਤਾ? ਇਹ ਤੇ ਅਸੀਂ ਤੁਹਾਡੇ ਤੇ ਅਹਿਸਾਨ ਕਰਾਂਗੇ ਅਗਰ ਗੱਡੀ ਤੁਹਾਡੀ ਇਹ ਬਿਜ਼ਨਸ ਨੂੰ ਲੈ ਲਵਾਂਗੇ। ਇੱਕ ਝਟਕਾ ਲੱਗਿਆ, ਦਰਦ ਲੱਗਿਆ ਰਤਨ ਟਾਟਾ ਨੂੰ। ਕਹਿੰਦੇ ਰਾਤ ਤੋਂ ਸੋਇਆ ਨਹੀਂ। ਹੁਣ ਐਨਰਜੀ ਆ ਗਈ, ਇੱਕ ਸ਼ਕਤੀ ਆ ਗਈ। ਸ਼ਕਤੀ ਕਿਵੇਂ? ਕੁਝ ਇਮੋਸ਼ਨਸ ਦੀ ਸ਼ਕਤੀ ਗਹਿਨ ਹੋ ਗਈ। ਹੁਣ ਇਹ ਦਰਦ ਵੀ ਇੱਕ ਸ਼ਕਤੀ ਹੈ।
ਇਹਨਾਂ ਚੋਂ ਅਸੀਂ ਬਦਲਾਵ ਲਿਆਂਦੇ ਹਾਂ ਜੀਵਨ ਵਿੱਚ। ਦੇਖੋ ਉਸ ਰਤਨ ਟਾਟਾ ਨੇ ਸਵੇਰੇ ਫੈਸਲਾ ਕਰ ਲਿਆ ਅਸੀਂ ਗੱਡੀ ਨਹੀਂ ਇਹ ਬਿਜ਼ਨਸ ਨਹੀਂ ਵੇਚਾਂਗੇ। ਇਹ ਕਿੱਥੋਂ ਫੈਸਲਾ ਆਇਆ? ਇਸ ਦਰਦ ਤੋਂ ਆਇਆ, ਇਹ ਹਿਊਮਿਲੀਏਸ਼ਨ ਤੋਂ ਆਇਆ। ਅਪਮਾਨ ਜਿਹੜਾ ਮੂੰਹ ਤੇ ਕਿਸੇ ਨੇ ਕੀਤਾ, ਉਹ ਚੋਟ ਕਰ ਗਿਆ, ਉਸ ਤੋਂ ਕਨਵਰਟ ਹੋ ਗਈ ਥਾਟ। ਕਹਿੰਦੇ ਰਤਨ ਟਾਟਾ ਵਾਪਸ ਆ ਕੇ ਬਿਜ਼ਨਸ ਖੜਾ ਕਰਨ ਦੇ ਲੱਗ ਗਿਆ। ਇਹ ਹੁਣ ਬਦਲਾਵ ਆ ਗਿਆ। ਇਸੇ ਤਰ੍ਹਾਂ ਅਸੀਂ ਆਪਣੇ ਜੀਵਨ ਨੂੰ ਵੀ ਦੇਖਾਂਗੇ ਤਾਂ ਸਾਨੂੰ ਦਿਖੇਗਾ ਕਿ ਜਿਹੜੇ ਇਹੋ ਜਿਹੇ ਮੌਕੇ ਸੀਗੇ ਜੀਵਨ ਦੇ ਜਿੱਥੇ ਕੁਝ ਹਾਦਸਾ ਹੋ ਗਿਆ, ਚੰਗਾ ਜਾਂ ਮਾੜਾ, ਤਾਂ ਉੱਥੇ ਸਾਡੀ એનર્ਜੀ ਆਈ ਸਾਨੂੰ ਕੁਝ ਚੇਂਜ ਲਿਆਉਣ ਦੀ। ਔਰ ਆਪ ਇਹ ਵੀ ਸ਼ਾਇਦ ਨੋਟਿਸ ਕਰੋ ਕਿ ਇਨਸਾਨ ਗਲਤੀ ਜ਼ਿਆਦਾ ਤਾਂ ਕਰਦਾ ਜਦੋਂ ਸੁਖੀ ਹੁੰਦਾ ਹੈ। ਜਦੋਂ ਖੁਸ਼ੀ ਬਹੁਤ ਜ਼ਿਆਦਾ ਆ ਜਾਂਦੀ ਹੈ ਤਾਂ ਉਹ ਜ਼ਿਆਦਾ ਵੱਡੀ ਗਲਤੀ ਕਰਦਾ ਹੈ। ਸ਼ਕਤੀ ਜ਼ਿਆਦਾ ਆ ਜਾਂਦੀ, ਸੰਭਾਲ ਨਹੀਂ ਪਾਉਂਦਾ, ਰੁੜ ਜਾਂਦਾ ਉਹਦੇ ਵਿੱਚ ਹੀ, ਜਾਂ ਬਹੁਤ ਜ਼ਿਆਦਾ ਦੁੱਖ ਆਉਂਦਾ ਹੈ। ਇੱਕ ਬੈਲੈਂਸ ਚਲਾ ਜਾਂਦਾ ਜੀਵਨ ਦਾ। ਪਰ ਇਹ ਜਿਤਨੀ ਸ਼ਕਤੀ ਆਉਂਦੀ ਹੈ ਉਤਨਾ ਉਹਦੇ ਚ ਪੋਟੈਂਸ਼ੀਅਲ ਹੈ। ਪੋਟੈਂਸ਼ੀਅਲ ਯਾਨੀ ਪੋਸਿਬਿਲਿਟੀਜ਼ ਹੈਗੀਆਂ। ਹੁਣ ਅਸੀਂ ਉਸ ਸ਼ਕਤੀ ਤੋਂ, ਉਸ એનર્ਜੀ ਤੋਂ ਚੇਂਜ ਲਿਆ ਸਕਦੇ ਹਾਂ। ਜਾਰਜ ਫਲੋਇਡ ਨੂੰ ਅਮਰੀਕਾ ਵਿੱਚ ਕਿਸੇ ਨੇ ਗੋਲੀ ਮਾਰੀ, ਕਿਸੇ ਨੇ ਮਾਰਤਾ, ਪੁਲਿਸ ਵਾਲੇ ਨੇ ਗਲਤ ਕੀਤਾ, ਸਾਨੂੰ ਦਰਦ ਮਹਿਸੂਸ ਹੋਇਆ। ਉਹ ਦਰਦ ਸੜਕਾਂ ਤੇ ਆ ਗਿਆ, ਬਦਲਾਵ ਲਿਆ ਰਿਹਾ। ਇਮੋਸ਼ਨਸ ਇੱਕ ਬੜਾ ਵੱਡਾ એનર્ਜੀ ਸੈਂਟਰ ਹੈ। ਇਸ ਕਰਕੇ ਜਿਹਨਾਂ ਲੋਕਾਂ ਨੂੰ ਅਧਿਆਤਮ ਦੇ ਮਾਰਗ ਤੇ ਚੱਲਣਾ ਹੈ, ਉਹਨਾਂ ਲਈ ਪ੍ਰੇਮ ਇੱਕ ਬਹੁਤ ਅਹਿਮ ਬੁਨਿਆਦੀ ਚੀਜ਼ ਹੈ। ਬਾਣੀ ਵਿੱਚ ਸਾਨੂੰ ਪ੍ਰੇਮ ਭਾਵ ਦੇ ਰੂਪ ਵਿੱਚ ਸ਼ਬਦ ਆ ਜਾਂਦਾ ਹੈ। ਮਹਾਰਾਜ ਸਾਨੂੰ ਇੱਥੇ ਸਮਝਾ ਰਹੇ ਹਨ ਕਿ ਭਾਈ ਅਗਰ ਰੱਬ ਨਾਲ ਗੱਲ ਕਦੇ ਕਰਨੀ ਹੋਏ ਤਾਂ ਭਾਵਨਾ ਜਗ੍ਹਾ ਹੈ। ਅਸੀਂ ਇੱਥੇ ਪ੍ਰੇਮ ਕਹਿ ਦਈਏ, ਪਰ ਮੈਨੂੰ ਲੱਗਦਾ ਹੈ ਇਸ ਭਾਵਨਾ ਦਾ ਅਰਥ ਸਾਰੀ ਇਮੋਸ਼ਨਸ ਨੇ। ਅਸੀਂ ਦਰਦ ਵਿੱਚ ਵੀ ਗੱਲ ਕਰ ਸਕਦੇ ਹਾਂ ਰੱਬ ਨਾਲ, ਕਿਉਂਕਿ ਇਹ ਸਾਰੀਆਂ ਇਮੋਸ਼ਨ ਸਾਨੂੰ ਇਕਾਗਰ ਕਰਨ ਦੀ ਸ਼ਕਤੀ ਰੱਖਦੀਆਂ ਨੇ। ਅਸੀਂ ਕੁਝ ਸਮੇਂ ਲਈ ਇਕਾਗਰ ਹੋ ਜਾਂਦੇ ਹਾਂ, ਚਾਹੇ ਗਹਿਨ ਦੁੱਖ ਵਿੱਚ ਹੋਈਏ, ਸੁੱਖ ਵਿੱਚ ਹੋਈਏ, ਦਰਦ ਵਿੱਚ ਹੋਈਏ। ਇਹ ਸ਼ਕਤੀ ਹੈ ਹੁਣ ਮੇਰੇ ਮਨ ਨੂੰ ਇਕਾਗਰ ਕਰਨ ਦੀ। ਮਨ ਜਿਹੜਾ ਬਦਲਾਵ ਵਾਲਾ ਮਨ ਹੈ, ਜੋ ਸਦਾ ਬਦਲਦਾ ਰਹਿੰਦਾ ਹੈ, ਉਸ ਤੋਂ ਪਾਰ ਜਾਣ ਦੀ ਸ਼ਕਤੀ ਮਿਲ ਸਕਦੀ ਹੈ ਇਸ ਭਾਵਨਾ ਤੋਂ। ਤਾਂ ਅਸੀਂ ਜਦੋਂ ਜੀਏ ਉਸ ਵੇਲੇ ਇਮੋਸ਼ਨਸ ਦੇ ਡਿਨਾਇਲ ਵਿੱਚ ਨਾ ਰਹੀਏ। ਇਹਦਾ ਮਤਲਬ ਕੀ ਹੈ ਕਿ ਜਿਵੇਂ ਅਸੀਂ ਪਹਿਲੇ ਸਮਝਾਇਆ ਸੀ ਕਿ ਕੁਝ ਸਾਡੇ ਕੋਲ ਭਾਵਨਾ ਦੇ ਕਰਕੇ ਸ਼ਕਤੀ ਆਉਂਦੀ ਹੈ, ਉਸ ਨੂੰ ਅਸੀਂ ਖਿੰਡਾਓ ਦਿੰਦੇ ਹਾਂ, ਉਹਨੂੰ ਫੇਸ ਨਹੀਂ ਕਰਦੇ। ਉਹ ਦਰਦ ਨੂੰ ਦਰਦ ਨਹੀਂ ਕਰਕੇ ਜਾਣ ਲੱਗ ਪੈਂਦੇ ਆ, ਜਦਕਿ ਉਹ ਦਰਦ ਪੂਰਾ ਅੰਦਰ ਹੈ ਤੇ ਉਹ ਪੂਰਾ ਅੰਦਰ ਮਨ ਵਿੱਚ ਘਰ ਬਣਾਏਗਾ ਆਪਣਾ। ਔਰ ਅਨਪ੍ਰੋਸੈਸਡ ਇਮੋਸ਼ਨਸ ਜਿਹੜੀਆਂ ਨੇ, ਮਾਡਰਨ ਸਾਈਕੋਲੋਜੀ ਕਹਿੰਦੀ ਹੈ ਕਿ ਉਹ ਕਾਰਨ ਨੇ ਰੋਗਾਂ ਦਾ, ਮਨ ਦੇ ਰੋਗਾਂ ਦਾ। ਔਰ ਅਗਰ ਮਨ ਔਰ ਤਨ ਦੇ ਰੋਗ ਜੁੜੇ ਹੋਏ ਤਾਂ ਉਹ ਵੀ ਫਿਰ ਜੁੜ ਜਾਣਗੇ। ਮਤਲਬ ਕੀ ਹੋਇਆ ਕਿ ਅਸੀਂ ਅਗਰ ਆਪਣੀ ਭਾਵਨਾ ਨੂੰ ਲਾਈਟਲੀ ਲਵਾਂਗੇ ਔਰ ਇਹਨੂੰ ਡਿਸਟਰੈਕਟ ਕਰਾਂਗੇ, ਫੇਸ ਨਹੀਂ ਕਰਾਂਗੇ, ਐਕਸੈਪਟ ਨਹੀਂ ਕਰਾਂਗੇ, ਜੀਆਂਗੇ ਨਹੀਂ ਇਹਦੇ ਥਰੂ, ਜੀ ਕੇ ਇਸ ਤੋਂ ਜਾਣ ਨਹੀਂ ਲਵਾਂਗੇ ਜੀਵਨ ਕੀ ਹੈ, ਤਾਂ ਫਿਰ ਚੇਂਜ ਲਿਆਣਾ, ਅਧਿਆਤਮ ਦੇ ਮਾਰਗ ਤੇ ਚੱਲਣਾ ਮੁਸ਼ਕਿਲ ਹੋ ਜਾਂਦਾ ਹੈ। ਇਸ ਤਰ੍ਹਾਂ ਦੀ ਗੱਲ ਬਾਰ-ਬਾਰ ਤੁਹਾਨੂੰ ਦਿਖੇਗੀ। ਕਈ ਆਪ ਜੀਵਨੀਆਂ ਪੜ੍ਹੋ ਤਾਂ ਉੱਥੋਂ ਸਾਨੂੰ ਇਹ ਸਮਝ ਆਉਣਾ ਸ਼ੁਰੂ ਹੋ ਜਾਏਗਾ ਕਿ ਇਹ ਭਾਵਨਾ ਬੜੀ ਜ਼ਰੂਰੀ ਚੀਜ਼ ਹੈ। ਔਰ ਸਿੱਖ ਔਰ ਗੁਰੂ ਦਾ ਪ੍ਰੇਮ, ਇਹ ਸਾਰੀ ਜਿਹੜੀ ਕਥਾ ਚੱਲੀ 10 ਗੁਰੂਆਂ ਦੀ, ਇਹ ਤੇ ਹੈ ਹੀ ਇਮੋਸ਼ਨਸ ਸਾਰੀਆਂ।
ਕੋਈ ਕਾਰਨ ਨਹੀਂ ਹੈ ਸਿੱਖ ਔਰ ਗੁਰੂ ਆਪਣੇ ਘਰ ਛੱਡ ਕੇ ਇਕੱਠੇ ਰਹਿ ਰਹੇ ਹਨ। ਨਾ ਉਹਨਾਂ ਨੂੰ ਆਪਣੇ ਸੁਸਾਇਟੀ ਦੀ ਚਿੰਤਾ ਹੈ, ਨਾ ਫਿਕਰ ਹੈ, ਨਾ ਸਿੱਖ ਨੂੰ ਫਿਕਰ ਹੈ, ਨਾ ਗੁਰੂ ਵੀ ਇਸ ਗੱਲ ਦਾ ਧਿਆਨ ਕਰਦਾ ਹੈ। ਸ਼ੁਰੂ ਤੋਂ ਅਖੀਰ ਤੱਕ ਇਹ ਪ੍ਰੇਮ ਦੀ ਕਹਾਣੀ ਹੈ। ਸਿੱਖ ਗੁਰੂ ਕੋਲ ਪ੍ਰੇਮ ਵਿੱਚ ਗਿਆ ਹੈ, ਸੱਤ ਦੇ ਗਿਆਨ ਵਾਸਤੇ ਭਿਖਾਰੀ ਬਣ ਕੇ ਗਿਆ ਹੈ, ਔਰ ਗੁਰੂ ਨੇ ਉਸ ਪ੍ਰੇਮ ਨੂੰ ਜਾਣਿਆ ਹੈ ਔਰ ਭਿਖਾਰੀ ਨੂੰ ਰਾਜਾ ਬਣਾ ਦਿੱਤਾ ਹੈ। ਇਹ ਹੈ ਗੁਰੂ ਦਾ ਪ੍ਰੇਮ। ਗੁਰੂ ਦਾ ਉਡੀਕਦਾ ਹੈ ਕੋਈ ਸੱਚੇ ਭਾਵਨਾ ਨਾਲ, ਸੱਚੀ ਭਾਵਨਾ ਨਾਲ ਕੋਈ ਆਏ। ਦਿਲੋਂ ਮੁਹੱਬਤ ਜਿਨ ਸਹੀ ਸਚਿਆਰ, ਜਿਨ੍ਹਾਂ ਨੂੰ ਦਿਲੋਂ ਮੁਹੱਬਤ ਹੈ ਉਹ ਸੱਚੇ ਹੋ ਜਾਂਦੇ ਨੇ। ਸੱਚੇ ਬਣਨ ਦੀ ਜਿਹੜੀ ਹੈ ਵਿਧੀ ਹੈ, ਇਹਦਾ ਪ੍ਰੇਮ ਨਾਲ ਬਹੁਤ ਰਿਸ਼ਤਾ ਹੈ, ਭਾਵਨਾ ਨਾਲ ਬੜਾ ਰਿਸ਼ਤਾ ਹੈ, ਕਿਉਂਕਿ ਇਹ ਲੌਜਿਕ ਤੋਂ ਬਿਯੋਂਡ ਜਾਂਦੀ ਹੈ। ਕੋਈ ਆਪ ਨੂੰ ਕਹੇ ਆਪਣਾ ਸੀਸ ਦੇ ਦੇ ਮੈਨੂੰ ਭਾਈ, ਇਹਦੇ 'ਚ ਕੋਈ ਲੌਜਿਕ ਤਾਂ ਨਹੀਂ ਲੱਗਦੀ। ਗੁਰੂ ਸਾਹਿਬ ਆਦੇਸ਼ ਕਰਨ, ਜਿਸ ਤਰ੍ਹਾਂ ਵੀ ਕਹਿਣ ਉਸ ਤਰ੍ਹਾਂ ਅਸੀਂ ਆਪਣਾ ਜੀਵਨ ਢਾਲ ਲਈਏ। ਕੋਈ ਕਾਰਨ ਤਾਂ ਨਹੀਂ ਦਿਖਦਾ। ਕੁਝ ਪੈਸਾ ਥੋੜੀ ਦਿੱਤਾ ਹੈ ਗੁਰੂ ਸਾਹਿਬ ਨੇ ਸਾਨੂੰ। ਕੋਈ ਵਪਾਰ ਦਾ ਕੋਈ ਬਿਜ਼ਨਸ ਕਰਦੇ ਹਾਂ ਅਸੀਂ ਤੇ ਸਾਨੂੰ ਕੋਈ ਲੋਨ ਦਿੱਤਾ ਹੋਏ ਹੈ ਤਾਂ ਸਹੀ, ਕੁਝ ਇਹਦੇ 'ਚ ਲੈਣ ਦੇਣ, ਪਰ ਉਹ ਪ੍ਰੇਮ ਦੇ ਵਿੱਚ ਦਿਖਦਾ ਨਹੀਂ ਹੈ। ਜਿੱਥੇ ਪ੍ਰੇਮ ਹੁੰਦਾ ਹੈ ਉੱਥੇ ਕੋਈ ਬਹੀ ਖਾਤਾ ਨਹੀਂ ਹੁੰਦਾ, ਔਰ ਜਿੱਥੇ ਬਹੀ ਖਾਤਾ ਹੁੰਦਾ ਹੈ ਉੱਥੇ ਕੋਈ ਪ੍ਰੇਮ ਨਹੀਂ ਹੁੰਦਾ। ਅਗਰ ਅਸੀਂ ਗੁਰੂ ਨੂੰ ਕਦੇ ਇਹ ਜਾਣ ਕੇ ਦੇਵਾਂਗੇ ਕਿ ਮੈਂ ਦਿੱਤਾ, ਤਾਂ ਫਿਰ ਜਿਹੜੀ ਚੀਜ਼ ਦਿੱਤੀ ਉਹੀ ਸਾਹਮਣੇ ਖੜੀ ਰਹੇਗੀ ਹਮੇਸ਼ਾ। ਫਰਜ਼ ਕਰੋ ਅਸੀਂ ਗੁਰੂ ਨੂੰ ਕੁਝ ਮਹਿੰਗਾ ਕੱਪੜਾ ਲੱਤਾ ਦੇ ਦਿੱਤਾ। ਮੈਂ ਜੀਵਤ ਗੁਰੂ ਦੀ ਗੱਲ ਕਰਦਾ, ਪਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਮੰਨ ਲੈਂਦੇ ਹਾਂ ਕਿ ਲੋਕੀ ਚੰਦੋਵਾ ਚੜਾ ਦਿੰਦੇ ਆ ਮਹਿੰਗਾ ਹੋਏ, ਤਾਂ ਫਿਰ ਮੈਂ ਇਹੀ ਸੋਚਦਾ ਰਹਾਂਗਾ ਕਿ ਉਹ ਚੰਦੋਆ ਮੈਂ ਦਿੱਤਾ ਹੈ, ਅਗਰ ਪ੍ਰੇਮ ਵਿੱਚ ਨਹੀਂ ਦਿੱਤਾ। ਮੈਂ ਘਰ ਵੀ ਜਾਵਾਂਗਾ, ਦੂਰ ਵੀ ਜਾਵਾਂਗਾ, ਕਈ ਸਾਲ ਬੀਤ ਜਾਣਗੇ, ਤਾਂ ਵੀ ਮੈਂ ਸੋਚਾਂਗਾ ਇਹਨਾਂ ਲੱਖਾਂ ਦਾ ਚੰਦੋਆ ਦਿੱਤਾ ਸੀ। ਹੁਣ ਉਹ ਕੋਈ ਇਹਦੇ 'ਚ ਗੁਰਸਿੱਖ ਦਾ ਰਿਲੇਸ਼ਨਸ਼ਿਪ ਨਹੀਂ ਰਹਿ ਗਿਆ। ਇਸ ਲੈਣ ਦੇਣ ਵਿੱਚ ਵਪਾਰ ਬੜਾ ਹੈ, ਹੰਕਾਰ ਬਲਕਿ ਬਣ ਗਿਆ। ਮੈਂ ਦਿੱਤਾ ਸੀ, ਮੈਂ ਇਹ ਦਿੱਤਾ ਸੀ। ਤਾਂ ਪੁਰਾਤਨ ਸਮੇਂ ਵਿੱਚ ਅਗਰ ਤੁਸੀਂ ਦੇਖੋ ਕਿ ਜਿਤਨੇ ਵੀ ਸੰਤ ਹੋਏ, ਉਹਨਾਂ ਨਾਲ ਰਾਜ ਨਾਲ ਬੜਾ ਰਿਸ਼ਤਾ ਹੈ। ਸਿਧਾਰਥ ਰਾਜਾ ਸੀ, ਰਾਜੇ ਦਾ ਪੁੱਤਰ ਸੀ, ਤਾਂ ਉਹ ਤਿਆਗ ਜਿਹੜਾ ਹੈ, ਰਾਜ ਨੂੰ ਤਿਆਗਿਆ, ਇਸ ਨੂੰ ਜ਼ਿਆਦਾ ਗਿਣਿਆ ਗਿਆ, ਵੱਡਾ ਤਿਆਗ ਹੋ ਗਿਆ ਹੈ। ਤਾਂ ਫਿਰ ਅਗਰ ਤਿਆਗ ਨੂੰ ਅਸੀਂ ਪੈਸੇ ਨਾਲ ਤੋਲਾਂਗੇ ਤਾਂ ਫਿਰ ਉਹ ਪੈਸੇ ਦਾ ਹੀ ਰੂਪ ਹੋ ਗਿਆ, ਜਦ ਕਿ ਤਿਆਗ ਜਿਹੜਾ ਹੈ ਉਹ ਮਨ ਦੀ ਬਿਰਤੀ ਹੈ, ਉਹਦੇ ਵਿੱਚ ਗਿਣਤੀ ਨਹੀਂ ਹੈ। ਕਿਤਨਾ ਜ਼ਿਆਦਾ ਕਿਸੇ ਨੇ ਤਿਆਗਿਆ, ਉਹਦੇ ਵਿੱਚ ਨਾਪ ਨਹੀਂ ਹੋ ਸਕਦੀ। ਕਿਤਨਾ ਮਨ ਅਰਪਣ ਕਰ ਦਿੱਤਾ, ਕਿਤਨੇ ਪ੍ਰੇਮ ਨਾਲ ਦਿੱਤਾ, ਕਿਤਨੇ ਪੂਰਾ ਹੋ ਕੇ ਦਿੱਤਾ। ਦੇ ਦਿੱਤਾ, ਪਤਾ ਵੀ ਨਹੀਂ ਲੱਗਿਆ ਦਿੱਤਾ, ਦੇ ਦਿੱਤਾ, ਮੁੜ ਕੇ ਦੇਖਿਆ ਵੀ ਨਹੀਂ ਦਿੱਤਾ। ਦੇ ਆਏ, ਛੱਡ ਆਏ ਗੱਲ ਨੂੰ। ਇਹ ਆਪਣੇ ਮਨ ਨੂੰ ਛੱਡਣ ਦੀ ਬਿਰਤੀ ਹੈ। ਅਸੀਂ ਗੁਰੂ ਅੱਗੇ ਮੱਥਾ ਟੇਕਿਆ, ਗੁਰੂ ਦੇ ਹੋ ਕੇ ਰਹਿ ਗਏ। ਹੁਣ ਜਿਹਨੇ ਟੇਕਿਆ ਔਰ ਜੋ ਉੱਠਿਆ, ਦੋਨੋਂ ਫਰਕ ਹੋ ਗਏ। ਇੱਕ ਦੇ ਨਾਲ ਆਉਣ ਵੇਲੇ ਵੀ ਨਾਲ ਗੁਰੂ ਸੀ, ਜਾਣ ਵੇਲੇ ਵੀ ਨਾਲ ਗੁਰੂ ਹੈ। ਐਸੇ ਆਨੰਦ ਨੂੰ ਤਾਂ ਗੁਰੂ ਵੀ ਲੱਭਦਾ ਹੈ, ਇਸ ਪ੍ਰੇਮ ਨੂੰ ਗੁਰੂ ਵੀ ਲੱਭਦਾ ਹੈ, ਕਿਉਂਕਿ ਪ੍ਰੇਮ ਵਿੱਚ ਇੱਕ ਅਸੀਮਤਾ ਹੈ, ਅਸੀਮ ਹੈ, ਬਾਰਡਰਲੈਸ ਹੈ, ਅਸਮਾਨ ਵਰਗਾ ਹੈ। ਇਹ ਸਾਨੂੰ ਸਾਡੇ ਹੰਕਾਰ ਨੂੰ ਮੇਟ ਕੇ ਖਤਮ ਕਰ ਦਿੰਦਾ ਹੈ। ਤੁਹਾਨੂੰ ਬਹੁਤਾ ਸੋਚਣਾ ਨਹੀਂ ਪੈਂਦਾ, ਔਰ ਮਨ
ਖੇੜੇ ਨਾਲ ਭਰ ਜਾਂਦਾ ਹੈ, ਆਨੰਦ ਨਾਲ ਭਰ ਜਾਂਦਾ ਹੈ। ਤਾਂ ਭਾਈ ਕਨ੍ਹਈਆ ਨੂੰ ਸਾਹਿਬ ਇਸ ਕਰਕੇ ਕਹਿ ਰਹੇ ਹਨ, ਉਸੇ ਪ੍ਰੇਮ ਨੂੰ ਜਾਣ ਕੇ ਕਹਿ ਰਹੇ ਹਨ ਕਿ ਤੂੰ ਪਾਣੀ ਵੰਡਦਾ, ਨਾਲ ਹੈ ਬਾਮ, ਇਹ ਦਰਦ ਦੀ ਦਵਾਈ ਵੀ ਲਗਾ। ਸਾਹਿਬ ਦਾ ਪ੍ਰੇਮ ਆਪਸ ਦਾ ਸਿੱਖ ਔਰ ਗੁਰੂ ਦਾ ਪ੍ਰੇਮ ਹੈ। ਇੱਥੇ ਹੁਣ ਬਹੁਤਾ ਕੋਈ ਐਕਸਪਲੇਨੇਸ਼ਨ ਨਹੀਂ ਦੇਣੀਆਂ ਪੈਂਦੀਆਂ, ਇਹੋ ਜਿਹੀ ਭਾਵਨਾ ਦੇ ਵਿੱਚ ਫਿਰ ਜਾਣ, ਸਭ ਕੁਝ ਜਾਣਦੇ ਆ ਦੋਨੋਂ। ਕੋਈ ਕਿਸੇ ਨੂੰ ਸਮਝਾਉਣ ਦੀ ਲੋੜ ਨਹੀਂ ਪੈਂਦੀ ਕਿ ਮੈਂ ਗਲਤ ਜਾਂ ਸਹੀ ਕੀ ਹੈ। ਇਸ ਪ੍ਰੇਮ ਵਿੱਚ ਸਭ ਕੁਝ ਸਹੀ ਹੈ। ਇਸ ਪ੍ਰੇਮ ਵਿੱਚ ਫਿਰ ਕਈ ਵਾਰ ਸਿੱਖ ਆਪਣੀ ਗੁਰੂ ਨੂੰ ਪੁੱਛ ਵੀ ਲੈਂਦਾ ਹੈ, ਕਹਿ ਵੀ ਦਿੰਦਾ, ਸੁਣ ਵੀ ਲੈਂਦਾ। ਪ੍ਰੇਮ ਦੇ ਵਿੱਚ ਹੈ ਸਭ ਕੁਝ। ਬਾਬਾ ਬੁੱਢਾ ਨੇ ਕਿੰਨੀ ਵਾਰੀ ਗੁਰੂ ਘਰ ਦੇ ਜੀਵਨ ਵਿੱਚ ਆ ਕੇ ਇੰਟਰਵੀਨ ਕੀਤਾ, ਚੇਂਜ ਕਰ ਦਿੱਤਾ, ਜਗ ਉਸ ਨੂੰ ਬਦਲ ਦਿੱਤਾ। ਬਾਰ-ਬਾਰ ਲੋੜ ਪਈ ਉਹਨਾਂ ਦੀ। ਸਾਹਿਬ ਕਹਿੰਦੇ ਨੇ ਸਾਚਾ ਸਾਹਿਬ ਸਾਚ ਨਾ ਹੈ। ਸੱਚਾ ਸਾਹਿਬ ਹੈ, ਉਹਦਾ ਨਾਮ ਵੀ ਸੱਚਾ ਹੈ, ਉਹਦੀ ਨਿਆਏ ਵੀ ਸੱਚਾ ਹੈ, ਝੂਠ ਕੁਝ ਵੀ ਨਹੀਂ ਹੈ। ਉਹਨੂੰ ਮਿਲਣਾ ਹੈ ਤਾਂ ਉਹਦੀ ਭਾਸ਼ਾ ਪ੍ਰੇਮ ਹੈ, ਅਪਾਰ ਪ੍ਰੇਮ। ਭਾਖਿਆ ਪਾਓ ਅਪਾਰ। ਇਹ ਪ੍ਰੇਮ ਅਕਾਰਨ ਹੈ, ਬਿਨਾਂ ਕਿਸੇ ਕਾਰਨ ਦੇ। ਕਾਰਨ ਤਾਂ ਹੈ ਪਰ ਨਿਰੰਕਾਰ ਹੈ, ਨਿਰਾਕਾਰ ਹੈ, ਦਿਖਦਾ ਨਹੀਂ ਹੈ। ਕਿਉਂਕਿ ਇਹ ਕਾਰਨ ਜਾਏਗਾ ਨਹੀਂ। ਫਿਰ ਹੁਣ ਅਗਰ ਕਿਸੇ ਕਾਰਨ ਕਰਕੇ ਹੋਏਗਾ ਤਾਂ ਜਾਏਗਾ ਨਹੀਂ। ਨਿਰਾਕਾਰ ਨਾਲ ਹੈ, ਨਿਰਾਕਾਰ ਨੇ ਕਿਧਰੇ ਜਾਣਾ ਨਹੀਂ। ਨਿਰੰਕਾਰ ਨੇ ਕਿਧਰੇ ਨਹੀਂ ਜਾਣਾ, ਉਹਦੇ ਨਾਲ ਪ੍ਰੇਮ ਹੈ। ਸੱਚ ਨਾਲ ਇੱਕ ਪ੍ਰੇਮ ਹੈ, ਜਿਵੇਂ ਗੁਰੂ ਨਾਨਕ ਸਾਹਿਬ ਦਾ ਕਿੰਨਾ ਗਹਿਨ ਪ੍ਰੇਮ ਹੈ ਸੱਚ ਨਾਲ। ਸਾਨੂੰ ਬਾਰ-ਬਾਰ ਸੱਚ ਵੱਲ ਲੈ ਜਾਂਦੇ ਨੇ। ਜਿਵੇਂ ਇੱਕ ਵਾਰ ਫਿਰ ਪੜ੍ਹ ਲਓ ਪਾਠ ਦੀ ਲੋੜ ਪੈਣੀ ਹੈ। ਕਹਿੰਦੇ ਨੇ ਭਾਸ਼ਾ ਉਹਦੀ ਪ੍ਰੇਮ ਹੈ। ਉਸ ਪ੍ਰੇਮ ਜਿਹਦੇ ਚ ਸਭ ਕੁਝ ਦਿੱਤਾ ਜਾਏਗਾ, ਲਿੱਤਾ ਜਾਏਗਾ, ਪਤਾ ਨਹੀਂ ਲੱਗੇਗਾ, ਹਿਸਾਬ ਨਹੀਂ ਹੋਏਗਾ ਕਦੇ। ਉਸ ਪ੍ਰੇਮ ਵਿੱਚ ਜਿਹਦੇ ਚ ਇੱਕ ਹਜ਼ੂਰੀ ਹੈ, ਜਿਹਦੇ ਚ ਇੱਕ ਪ੍ਰੈਜ਼ੈਂਟ ਵਾਈਬ੍ਰੇਸ਼ਨ ਹੈ, ਜਿਹਦੇ ਚ ਇੱਕ ਆਨੰਦ ਹੈ, ਜਿਹਦੇ ਚ ਇੱਕ ਸਾਥ ਹੈ ਜੋ ਕਦੇ ਛੁੱਟਣਾ ਨਹੀਂ। ਮੂਲ ਆਲਣ ਸਿਓ ਪ੍ਰੀਤ ਬਣੀ, ਤੋੜੀ ਨਾ ਟੂਟੇ, ਛੋੜੀ ਨਾ ਛੁੱਟੇ, ਐਸੀ ਮਾਧੋ ਖੀਚ ਤਨੀ। ਇਹ ਗੱਲ ਸਾਰੀ। ਜਿਹੜੀ ਪ੍ਰੀਤ, ਜਿਹੜਾ ਪ੍ਰੀਤ ਕਰਨਾ ਜਾਣ ਗਿਆ, ਉਹਨੇ ਤਾਂ ਸਾਰੀ ਬਾਜ਼ੀ ਜਿੱਤੀ ਲਈ। ਉਹ ਹੁਣ ਕੁਝ ਵੀ ਨਹੀਂ ਮਿਲੇਗਾ ਪਦਾਰਥ ਦੇ ਰੂਪ ਵਿੱਚ, ਤਾਂ ਵੀ ਸਭ ਕੁਝ ਮਿਲ ਗਿਆ। ਕਿਉਂਕਿ ਮਨ ਨਾ ਖੇੜੇ ਚ ਆ ਗਿਆ, ਮਨ ਵਿੱਚ ਸਾਥ ਆ ਗਿਆ, ਮਨ ਵਿੱਚ ਆਸ਼ਕੀ ਆ ਗਈ, ਇੱਕ ਪ੍ਰੈਜ਼ੈਂਸ ਆ ਗਈ ਜਿਹੜੀ ਹੁਣ ਕਦੇ ਜਾਏਗੀ ਨਹੀਂ। ਮਨ ਵਿੱਚ ਇੱਕ ਰੰਗ ਚੜ ਜਾਏਗਾ ਪ੍ਰੇਮ ਦਾ। ਰੰਗ ਦਾ ਕੀ ਮਤਲਬ? ਇੱਕ ਫਲੇਵਰ ਆਏਗਾ ਮਨ ਵਿੱਚ ਜਿਹੜਾ ਸਦਾ ਨਾਲ ਰਹੇਗਾ। ਇੱਕ ਭਰੋਸਾ ਹੋ ਗਿਆ। ਹੁਣ ਬਾਰ-ਬਾਰ ਜਦੋਂ ਡਾਊਟ ਵਿੱਚ ਜਾਏਗਾ, ਸੰਸਾ ਹੋਏਗਾ, ਤਾਂ ਪ੍ਰੇਮ ਉਸ ਨੂੰ ਹਟਾਉਂਦਾ ਰਹੇਗਾ। ਕਿਵੇਂ ਛੱਡ ਕੇ ਜਾਵਾਂਗਾ? ਕੋਈ ਆਪਣਾ ਚੱਲਦਾ ਹੋਏ ਜੀਵਨ ਛੱਡ ਕੇ ਕਿਉਂ ਗੁਰੂ ਕੋਲ ਕੋਈ ਗਿਆ ਹੋਏਗਾ? ਯੁੱਧ ਵਿੱਚ ਲੜਨ ਵਾਸਤੇ ਕੌਣ ਜਾਏਗਾ ਕਿਸੇ ਲਈ? ਇਤਨੀ ਕਮਿਟਮੈਂਟ ਕੌਣ ਰੱਖੇਗਾ? ਇੱਥੇ ਪੈਸੇ ਲੈਂਦੇ ਜਿਹੜੇ ਸੋਲਜਰ, ਜਿਹੜੇ ਫੌਜੀ ਪੈਸੇ ਲੈ ਕੇ ਲੜਦੇ, ਉਹ ਵੀ ਇੰਨੀ ਕਮਿਟਮੈਂਟ ਨਹੀਂ ਰੱਖਦੇ। ਇੱਕ ਸੱਚ ਦਾ ਚਾਅ ਹੈ, ਸੱਚ ਨੂੰ ਜਾਣਨ ਦਾ ਗਹਿਨ ਪ੍ਰੇਮ ਹੈ ਸੱਚ ਨਾਲ। ਔਰ ਇਹੀ ਸੱਚ ਨਾਲ ਪ੍ਰੇਮ ਗੁਰੂ ਦਾ ਵੀ ਹੈ। ਇੱਥੇ ਜੁੜ ਜਾਂਦੀ ਗੱਲ ਸਾਰੀ। ਗੁਰੂ ਉਸ ਸੱਚ ਨੂੰ ਦੇ ਸਕਦਾ ਸਾਨੂੰ। ਉਸ ਸੱਚ ਨੂੰ ਜਾਣਨ ਲਈ ਅਸੀਂ ਵਿਆਕੁਲ ਹਾਂ। ਇੱਥੇ ਸਾਰੀ ਗੱਲ ਜੁੜਦੀ ਹੈ। ਜਿਤਨਾ ਅਸੀਂ ਮਨ ਨੂੰ ਸ਼ੁੱਧ ਕਰ ਲਵਾਂਗੇ, ਉਤਨਾ ਇਸ ਸੱਚ ਦੇ ਵਪਾਰ ਵਿੱਚ ਉਤਰ ਸਕਾਂਗੇ। ਇਹ ਭਾਵਨਾ ਕਿਵੇਂ ਆਏਗੀ? ਗੁਰੂ ਇਹ ਵੀ ਸਮਝਾਉਂਦੇ ਨੇ ਨਾਲ ਫਿਰ ਪਹਿਲੇ ਸੱਚ ਦੀ ਗੱਲ ਕਰਦੇ ਚੱਲਦੇ ਹੈ। ਕਹਿੰਦੇ ਨੇ ਆਖੇ ਮੰਗੇ ਦੇ ਦੇ, ਦਾਤ ਕਰੇ ਦਾਤਾਰ। ਦੁਨੀਆ ਤਾਂ ਮੰਗਦੀ ਹੀ ਰਹਿੰਦੀ, ਅਸੀਂ ਤਾਂ ਮੰਗਦੇ ਹੀ ਰਹਿੰਦੇ ਹਾਂ। ਮੈਂ ਤਾਂ ਮੰਗਦਾ ਹੀ ਰਹਿੰਦਾ ਵਾਂ। ਔਰ ਦਰਅਸਲ ਮੰਗੇ ਬਿਨਾਂ ਈਗੋ ਸਰਵਾਈਵ ਵੀ ਨਹੀਂ ਕਰਦੀ। ਹੰਕਾਰ ਨਹੀਂ ਸਰਵਾਈਵ ਕਰੇਗਾ ਮੰਗੇ ਬਿਨਾਂ।
ਇਹ ਤੇ ਮੰਗਦਾ ਹੀ ਰਹੇਗਾ ਹਮੇਸ਼ਾ, ਕਿਉਂਕਿ ਅਗਰ ਇਹਨੇ ਮੰਗਣਾ ਛੱਡ ਦਿੱਤਾ ਤੇ ਇਹ ਕਿੱਧਰ ਜਾਏਗਾ ਫਿਰ? ਇਹ ਆਪਣੀ ਹੋਂਦ ਕਿਸ ਤਰ੍ਹਾਂ ਕਾਇਮ ਰੱਖੇਗਾ ਕਿ ਮੈਂ ਹਾਂ? ਤਾਂ ਇਹਨੂੰ ਨਵੀਂ ਚੀਜ਼ਾਂ ਚਾਹੀਦੀਆਂ, ਨਵੀਂ ਸੋਲਿਊਸ਼ਨਸ ਚਾਹੀਦੇ ਹੈ, ਨਵੀਂ ਮੁਸੀਬਤਾਂ ਦੇ ਸਾਹਮਣੇ ਆ ਕੇ। ਹੰਕਾਰ ਦੇ ਵਿੱਚ ਤਾਂ ਮੈਨੂੰ ਮੰਗਣਾ ਹੀ ਮੰਗਣਾ ਪੈਣਾ, ਨਹੀਂ ਤੇ ਮੈਂ ਹੰਕਾਰ ਵਿੱਚ ਜੀ ਨਹੀਂ ਪਾਵਾਂਗਾ। ਜਿਹੜਾ ਹੰਕਾਰ ਤੋਂ ਪਾਰ ਚਲਾ ਗਿਆ, ਪ੍ਰੇਮ ਵਿੱਚ ਚਲਾ ਗਿਆ, ਹੁਣ ਤਾਂ ਸਭ ਕੁਝ ਮਿਲ ਵੀ ਗਿਆ, ਪਤਾ ਵੀ ਨਹੀਂ ਲੱਗਿਆ, ਮੰਗਣ ਦੀ ਲੋੜ ਵੀ ਨਹੀਂ ਪਈ। ਮਹਾਰਾਜ ਕਹਿੰਦੇ ਨੇ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ। ਇਹ ਸੱਚ, ਜਿਹੜਾ ਸੱਚਾ ਸਾਹਿਬ ਹੈਗਾ, ਇਹ ਦਿੰਦਾ ਹੀ ਰਹਿੰਦਾ ਹੈ, ਅਸੀਂ ਹਮੇਸ਼ਾ ਮੰਗਦੇ ਹੀ ਰਹਿੰਦੇ ਹਾਂ, ਹਮੇਸ਼ਾ ਆਖਦੇ ਹੀ ਰਹਿੰਦੇ ਹਾਂ ਕਿ ਹੁਣ ਇਹ ਮੁਸੀਬਤ ਆ ਗਈ ਸਾਹਮਣੇ। ਮੈਂ ਆਪ ਦੀ ਗੱਲ ਨਹੀਂ ਕਰ ਰਿਹਾ, ਮੇਰੀ ਵੀ ਇਹੀ ਗੱਲ ਹੈ। ਇਹ ਮਨ ਦੀ ਅਵਸਥਾ ਹੀ ਇਸ ਤਰ੍ਹਾਂ ਦੀ ਹੈ, ਮਨ ਦੀ ਇਨਕੰਪਲੀਟਨੈਸ ਹੀ ਇਸ ਤਰ੍ਹਾਂ ਦੀ ਹੈ ਕਿ ਇਹ ਸਦਾ ਹੀ ਪਰੇਸ਼ਾਨ ਰਹੇਗਾ, ਵਿਆਕੁਲ ਰਹੇਗਾ। ਚਿੰਤਾ ਨਹੀਂ ਵੀ ਰਹੇਗੀ ਤੇ ਚਿੰਤਾ ਕਰਦਾ ਰਹੇਗਾ, ਪਰ ਉਹ ਦਿੰਦਾ ਜਾਂਦਾ ਹੈ, ਉਹ ਪ੍ਰੇਮ ਵਿੱਚ ਦੇ ਰਿਹਾ ਹੈ, ਉਸਨੇ ਕੋਈ ਹਿਸਾਬ ਨਹੀਂ ਰੱਖਿਆ। ਅਗਰ ਹਿਸਾਬ ਰੱਖੇ ਤਾਂ ਸਾਡਾ ਜੀਣਾ ਮੁਸ਼ਕਿਲ ਹੋ ਜਾਏ। ਮਹਾਰਾਜ ਕਹਿੰਦੇ ਸਾਚਾ ਸਾਹਿਬ ਸਾਚ ਨਾਮ ਭਾਖਿਆ ਪਾਉ ਅਪਾਰ। ਭਾਸ਼ਾ ਉਹਦੀ ਪ੍ਰੇਮ ਹੈ ਭਾਈ, ਭਾਵਨਾ ਨੂੰ ਡਿਨਾਈ ਨਾ ਕਰਨਾ ਕਦੇ। ਇਮੋਸ਼ਨਸ ਐਨਰਜੀ ਸੈਂਟਰ ਹੈ, ਇਹ ਭਗਤੀ ਵਿੱਚ ਬਹੁਤ ਕੰਮ ਆਏਗੀ ਚੀਜ਼। ਦੁੱਖ ਆਏਗਾ ਤਾਂ ਵੀ ਭਗਤੀ ਹੋਏਗੀ, ਸੁੱਖ ਆਏਗਾ ਤਾਂ ਵੀ ਭਗਤੀ ਹੋਏਗੀ, ਅਪਮਾਨ ਆਏਗਾ ਤਾਂ ਵੀ ਭਗਤੀ ਹੋਏਗੀ, ਮਾਨ ਆਏਗਾ ਤਾਂ ਵੀ ਭਗਤੀ ਹੋਏਗੀ, ਦਰਦ ਆਏਗਾ ਤਾਂ ਵੀ ਭਗਤੀ ਹੋਏਗੀ। ਇਹ ਸਾਰੀ એનર્ਜੀ ਅਸੀਂ ਕਨਵਰਟ ਕਰ ਸਕਦੇ ਹਾਂ ਔਰ ਸਭ ਪੋਜ਼ਿਟਿਵ ਹੋ ਜਾਣਗੀਆਂ ਅਗਰ ਸਿੱਖ ਔਰ ਗੁਰੂ ਦੀ ਰਿਲੇਸ਼ਨਸ਼ਿਪ ਨੂੰ ਸੰਭਾਲ ਲਿਆ। ਅਗਰ ਮਨ ਔਰ ਮੁਖ ਗੁਰੂ ਵੱਲ ਹੋਇਆ, ਅਗਰ ਗੁਰੂ ਨਾਲ ਪ੍ਰੇਮ ਹੋਏਗਾ, ਸਭ ਕੁਝ ਉਹਦੇ ਵਿੱਚ ਸਮਾਇਆ ਜਾਏਗਾ। ਹੁਣ ਮਹਾਰਾਜ ਦੋ ਪ੍ਰਸ਼ਨ ਸਾਹਮਣੇ ਰੱਖਦੇ ਆ, ਬੜੇ ਗਹਿਨ ਪ੍ਰਸ਼ਨ ਨੇ। ਮਹਾਰਾਜ ਕਹਿੰਦੇ ਨੇ ਫਿਰ ਕੀ ਅੱਗੇ ਰੱਖੀਏ? ਅੱਗੇ ਕੀ ਰੱਖੀਏ? ਉਹਦੇ ਜਿੱਤ ਦਿਸੇ ਦਰਬਾਰ, ਜਿਵੇਂ ਉਹ ਦਿਸ ਜਾਏ, ਕੀ ਰੱਖੀਏ ਉਹਦੇ ਅੱਗੇ? ਕਿਹੜੀ ਚੀਜ਼ ਅਸੀਂ ਦੇ ਸਕਦੇ ਹਾਂ ਉਸਨੂੰ? ਸਭ ਕੁਝ ਤਾਂ ਉਹਦਾ ਦਿੱਤਾ ਸਾਡੇ ਕੋਲ ਹੈ। ਕਿਹੜੀ ਵਸਤੀ ਮੇਰੀ ਹੈ, ਜਿਹੜੀ ਮੈਂ ਬਣਾਈ ਹੈ, ਜਿਹੜੀ ਮੈਂ ਉਹਦੇ ਅੱਗੇ ਰੱਖ ਸਕਦਾ? ਜਦ ਮੈਂ ਉਸੇ ਤੋਂ ਸਭ ਕੁਝ ਲਿੱਤਾ, ਉਹਦਾ ਹੀ ਸਭ ਕੁਝ ਬਣਿਆ, ਮੈਂ ਉਸਨੂੰ ਕੀ ਅਰਪਣ ਕਰਾਂ ਹੁਣ ਇਹਦੇ ਚੋਂ? ਫਿਰ ਕੀ ਅੱਗੇ ਰੱਖੀਏ? ਰਸਤਾ ਕੀ ਹੈ? ਕੀ ਰਸਤਾ ਹੈ? ਕੀ ਮੈਥਡ ਹੈ? ਮੈਂ ਉਹਨੂੰ ਕੀ ਦੇ ਸਕਦਾ? ਨਾਲ ਕਹਿੰਦੇ ਮੋਹ ਕੀ ਬੋਲਣ ਬੋਲੀਏ, ਕੀ ਬੋਲਾਂ ਮੈਂ ਮੂੰਹ ਤੋਂ? ਦਿਆ ਕੀ ਉਸਨੂੰ ਔਰ ਬੋਲਾਂ ਕੀ ਉਹਦੇ ਅੱਗੇ? ਕਿਉਂਕਿ ਜਦੋਂ ਮੈਂ ਉਹਦੇ ਅੱਗੇ ਕੁਝ ਰੱਖਦਾ ਵਾਂ, ਨਾਲ ਕੁਝ ਬੋਲਦਾ ਵੀ ਹਾਂ, ਕੁਝ ਅਰਦਾਸ ਕਰਦਾ ਹਾਂ, ਕੁਝ ਕਹਿੰਦਾ ਹਾਂ, ਕੀ ਮੰਗਦਾ ਵਾਂ? ਦਰਬਾਰ ਦੇਖਣਾ ਹੈ। ਮਹਾਰਾਜ ਕਹਿੰਦੇ ਨੇ ਫੇਰ ਕੇ ਅੱਗੇ ਰੱਖੀਏ ਜਿੱਤ ਸੇ ਦਰਬਾਰ, ਮੋਹ ਕੇ ਬੋਲਣ ਬੋਲੀਏ, ਜਿੱਤ ਸੁਣ ਧਰੇ ਪਿਆਰ। ਇਹ ਪ੍ਰੇਮ ਦੀ ਗੱਲ ਪਹਿਲੇ ਸ਼ੁਰੂ ਕਰ ਦਿੱਤੀ ਮਹਾਰਾਜ ਨੇ, ਹੁਣ ਇੱਥੇ ਫਿਰ ਸਾਹਮਣੇ ਲਿਆਏ ਹਨ। ਜਿਵੇਂ ਪ੍ਰੇਮ ਜ਼ਰੂਰੀ ਹੈ, ਮੋਹ ਕੇ ਬੋਲਣ ਬੋਲੀਏ, ਜਿੱਤ ਸੁਣ ਧਰੇ ਪਿਆਰ। ਤਾਂ ਮੇਰੇ ਚ ਪਿਆਰ ਆ ਜਾਏ, ਕੀ ਬੋਲਾਂ ਮੈਂ? ਕਿਹੜੀ ਅਰਦਾਸ ਮੈਂ ਕਰਾਂ ਉਸਨੂੰ, ਜਿਹਨੂੰ ਸੁਣ ਕੇ ਉਹ ਪਿਆਰ ਕਰੇ ਮੈਨੂੰ, ਜਿਹਨੂੰ ਸੁਣ ਕੇ ਇੱਕ ਪ੍ਰੇਮ ਜਗ ਜਾਏ। ਪ੍ਰੇਮ ਔਰ ਪ੍ਰੇਮਿਕਾ ਦੀ ਕਹਾਣੀ ਹੁੰਦੀ ਹੈ, ਉਹ ਫੁੱਲ ਦਿੰਦਾ ਹੈ, ਉਹਦੇ ਵਿੱਚ ਕੁਝ ਮੈਸੇਜ ਹੈ, ਉਹ ਨਾਲ ਕੁਝ ਕਹਿੰਦਾ ਹੈ, ਕੋਈ ਗਿਫਟ ਦਿੰਦਾ ਹੈ, ਕੁਝ ਅੱਗੇ ਰੱਖਦਾ ਹੈ। ਮਹਾਰਾਜ ਕਹਿੰਦੇ ਨੇ ਕੀ ਕਰਨਾ, ਇੱਥੇ ਕਿਸ ਨੂੰ ਦਈਏ, ਕਿਸ ਤਰ੍ਹਾਂ ਦਈਏ, ਕਿਵੇਂ ਕਰੀਏ? ਇਹ ਵਿਚਾਰਨ ਵਾਲੀ ਗੱਲ ਇਸ ਕਰਕੇ ਹੈ ਕਿਉਂਕਿ ਦਰਅਸਲ ਜਿਸ ਤਰ੍ਹਾਂ ਗਾਵੇ ਦੀ ਪੌੜੀ ਵਿੱਚ ਸੈਂਟਰ ਮੈਂ ਜੀਵਨ ਦਾ ਆਪਣੇ ਆਪ ਨੂੰ ਬਣਾਇਆ ਹੋਇਆ ਹੈ,
ਇਸ ਤੇ ਹੁਣ ਚੇਂਜ ਲਿਆ ਰਹੇ ਹਨ ਸਾਹਿਬ ਕਿ ਮੈਂ ਸੈਂਟਰ ਨਹੀਂ ਹਾਂ, ਮੇਰੇ ਕੋਲ ਕੁਝ ਹੈ ਹੀ ਨਹੀਂ ਤਾਂ ਮੈਂ ਸੈਂਟਰ ਕਿਸ ਗੱਲ ਦਾ ਬਣਨਾ ਹੈ। ਮੈਂ ਆਪਣੇ ਆਪ ਨੂੰ ਦੁਨੀਆ ਦਾ ਸਾਰਾ ਸੈਂਟਰ ਬਣਾਇਆ, ਮੇਰੇ ਕਰਕੇ ਦੁਨੀਆ ਹੈ, ਸਾਰੀ ਮੁਸੀਬਤਾਂ ਮੇਰੇ ਕਰਕੇ, ਮੇਰੇ ਕਾਰਨ, ਮੈਂ, ਮੇਰੀ, ਇਹ ਸਭ ਮੇਰੇ ਵਿੱਚ ਮਨ ਵਿੱਚ ਇਹੀ ਹੈ, ਇਸ ਨੂੰ ਮੈਂ ਜੀ ਰਿਹਾ ਰੋਜ਼। ਪਰ ਮਹਾਰਾਜ ਕਹਿੰਦੇ ਨੇ ਕਿ ਹੈ ਕੀ ਨਾਲ, ਇਹ ਤਨ ਤੇਰਾ ਹੈ, ਇਹ ਮਨ ਤੇਰਾ ਹੈ, ਇਹ ਧਨ ਤੇਰਾ ਹੈ, ਕੀ ਹੈ ਤੇਰਾ, ਮੇਰਾ ਹੈ ਕੀ ਇਹਦੇ ਵਿੱਚ? ਜਦ ਮੇਰਾ ਕੋਈ ਹੈ ਹੀ ਨਹੀਂ ਇੱਥੇ, ਮੈਂ ਕਿਹੜੀ ਸਿਰਫ ਸੋਚ ਨੂੰ ਲੈ ਕੇ ਆਪਣੇ ਆਪ ਨੂੰ ਅਹੰਕਾਰ ਵਿੱਚ ਇੱਥੇ ਖੜਾ ਕਰ ਲਿਆ ਕਿ ਮੈਂ ਹੀ ਸਾਰੀ ਦੁਨੀਆ ਦਾ, ਮੇਰੇ ਕਾਰਨ ਹੀ ਸਭ ਕੁਝ ਹੈ। ਉਹਦੇ ਅੱਗੇ ਮੈਂ ਰੱਖ ਹੀ ਨਹੀਂ ਸਕਦਾ ਕੁਝ, ਮੇਰੇ ਕੋਲ ਇੰਨੀ ਵੀ ਵਿੱਤ ਨਹੀਂ ਹੈ ਕਿ ਮੇਰੇ ਕੋਲ ਕੁਝ ਹੈ ਉਹਦੇ ਅੱਗੇ ਰੱਖਣ ਲਈ। ਫਿਰ ਕਿਸ ਗੱਲ ਦਾ ਹੰਕਾਰ ਹੈਗਾ? ਜਿਵੇਂ ਜਾਪਦਾ ਜਿਵੇਂ ਮਹਾਰਾਜ ਸਾਡੇ ਨੂੰ ਸ਼ੀਸ਼ਾ ਦਿਖਾ ਰਹੇ ਨਾ ਸਾਡੀ ਅਸਲੀਅਤ ਦਾ, ਤੇ ਸਾਡੇ ਕੋਲ ਕੁਝ ਹੈ ਹੀ ਨਹੀਂ। ਅਸੀਂ ਕਿਹੜੇ ਹੰਕਾਰ ਨੂੰ ਲੈ ਕੇ ਚੱਲ ਰਹੇ ਹਾਂ ਦੁਨੀਆ 'ਚ? ਦਰਬਾਰ ਸਾਨੂੰ ਦਿਖਣਾ ਹੈ, ਇਹ ਸਾਡੀ ਮੰਗ ਹੈ, ਰੱਖਾਂਗੇ ਕੀ ਉਹਦੇ ਅੱਗੇ? ਮਹਾਰਾਜ ਕਹਿੰਦੇ ਨੇ ਪ੍ਰੇਮ ਹੈ, ਉਹਦੇ ਨਾਲ ਗੱਲ ਪ੍ਰੇਮ ਨਾਲ ਕਰਨਾ, ਪਰ ਪ੍ਰੇਮ ਵਾਸਤੇ ਕੀ ਸੁਣੀਏ, ਕੀ ਬੋਲੀਏ, ਕੀ ਉਹਨੂੰ ਬੋਲੀਏ ਕਿ ਉਹ ਸਾਡੀ ਗੱਲ ਸੁਣ ਲਵੇ, ਸਾਡੇ ਵੱਲ ਪ੍ਰੇਮ ਨਾਲ ਧਿਆਨ ਕਰੇ ਪ੍ਰੇਮ ਦਾ। ਮੇਰੇ ਕੋਲ ਕੀ ਸ਼ਬਦ ਨੇ, ਮੇਰੇ ਕੋਲ ਕੀ ਵਸਤੂ ਹੈ? ਮਹਾਰਾਜ ਜਿਸ ਤਰ੍ਹਾਂ ਸਾਨੂੰ ਇਹ ਦੱਸ ਰਹੇ ਹੋਣ ਕਿ ਭਾਈ ਆਪਣਾ ਸੱਤ ਪਹਿਲੇ ਜਾਣ ਲਓ ਕਿ ਨਾ ਤਾਂ ਸਾਡੇ ਕੋਲ ਕੁਝ ਵਸਤੂ ਹੈ, ਨਾ ਅਸੀਂ ਕਿਸੇ ਚੀਜ਼ ਦੇ ਦਰਅਸਲ ਮਾਲਕ ਹਾਂ, ਅਸੀਂ ਤਾਂ ਮਨ ਦੇ ਵੀ ਨੌਕਰ ਹਾਂ ਆਪਣੇ। ਅਸੀਂ ਉਸ ਪ੍ਰੇਮ ਨੂੰ ਵੀ ਉਜਾਗਰ ਨਹੀਂ ਕਰ ਪਾਵਾਂਗੇ ਜਿਹੜੀ ਸਾਨੂੰ ਮਹਾਰਾਜ ਕਹਿ ਰਹੇ ਜ਼ਰੂਰੀ ਹੈ। ਉਹਦੇ ਲਈ ਵੀ ਸ਼ਬਦ ਨਹੀਂ ਹਨ। ਕਿਹੜੇ ਸ਼ਬਦ ਨੇ? ਕਿਉਂਕਿ ਮਨ ਹੰਕਾਰ ਦੇ ਪਹਿਲੂਆਂ ਦੇ ਵਿੱਚ ਫਸਿਆ ਹੋਇਆ, ਉਸਦੇ ਬਿਯੋਂਡ ਨਹੀਂ ਜਾਂਦਾ। ਉਹਦੇ ਅੱਗੇ ਦਾ ਮਨ ਅਸੀਂ ਦੇਖਿਆ ਨਹੀਂ ਹੈ। ਮਹਾਰਾਜ ਕਹਿੰਦੇ ਮੂੰਹ ਕੀ ਬੋਲਣ ਬੋਲੀਏ, ਕੀ ਬੋਲੀਏ ਭਾਈ, ਜਿਤ ਸੁਣ ਤਰੇ ਪਿਆਰ। ਕੁਝ ਹੈ ਇਹ ਕੁਐਸਚਨਸ ਮੈਨੂੰ ਲੱਗਦਾ ਹੈ ਕਿ ਜਿਵੇਂ ਸਾਨੂੰ ਦੱਸਣ ਲਈ ਕਿ ਸਾਡੇ ਕੋਲ ਕਰਨ ਵਾਸਤੇ ਕੁਝ ਨਹੀਂ ਹੈ, ਸਾਡੇ ਕਿਸੇ ਕਰਨ ਨਾਲ ਇਹ ਜਿੱਤੀ ਨਹੀਂ ਜਾਏਗੀ, ਕਿਉਂਕਿ ਸਾਡੇ ਕੋਲ ਨਾ ਕੁਝ ਦੇਣ ਵਾਸਤੇ ਹੈ, ਨਾ ਕੁਝ ਬੋਲਣ ਵਾਸਤੇ ਹੈ। ਕੀ ਬੋਲਾਂਗੇ ਉਸ ਨੂੰ? ਮੰਗਾਂਗੇ, ਮੰਗਦੇ ਹੀ ਰਵਾਂਗੇ। ਉਹੀ ਸਾਡੀ ਹੋਂਦ ਜੋ ਅਸੀਂ ਜਾਣਦੇ ਹਾਂ, ਜਿੱਥੇ ਕੰਫਰਟੇਬਲ ਹਾਂ ਅਸੀਂ, ਜਿਸ ਵਿੱਚ ਅਸੀਂ ਆਪਣੇ ਆਪ ਨੂੰ ਜਾਣਿਆ ਹੈ, ਉਹ ਮੰਗਣਾ ਹੀ ਹੈ। ਅਸੀਂ ਮੰਗਦੇ ਹੀ ਰਹਿੰਦੇ ਹਾਂ। ਮੰਗਣ ਤੋਂ ਬਿਯੋਂਡ ਅਸੀਂ ਅਗਰ ਦੇਖੀਏ ਤੇ ਆਪਣੀ ਹੋਂਦ ਨਹੀਂ ਹੈ ਸਾਡੀ। ਜੇ ਅਸੀਂ ਮੰਗਣਾ ਛੱਡਿਆ ਤਾਂ ਦੇਣ ਵਾਸਤੇ ਕੁਝ ਨਹੀਂ ਰਹਿ ਗਿਆ। ਕੋਈ ਗੱਲ ਕਰਨ ਨੂੰ ਨਹੀਂ ਰਹਿ ਗਈ ਜਿਹਦੇ ਨਾਲ ਪ੍ਰੇਮ ਜਗੇਗਾ। ਸਾਡਾ ਲੈਣ ਦੇਣ ਨਾਲ ਪ੍ਰੇਮ ਹੈ। ਆਖੇ ਮੰਗੇ ਦੇ ਦਾਤ ਕਰੇ ਦਾਤਾਰ। ਅਸੀਂ ਉਹਦੀ ਵਾਹ ਤਾਂ ਕਰਦੇ ਹਾਂ ਜੋ ਸਾਨੂੰ ਮਿਲਦਾ ਰਹਿੰਦਾ ਹੈ। ਉਸ ਮੰਗਣ ਨਾਲ ਹੀ ਮੇਰੀ ਹੋਂਦ ਹੈ, ਉਹਦੇ ਨਾਲ ਹੀ ਮੇਰਾ ਰਿਲੇਸ਼ਨਸ਼ਿਪ ਹੈ। ਪਰ ਸਾਹਿਬ ਕਹਿੰਦੇ ਨੇ ਕਿ ਇੱਥੇ ਰਿਲੇਸ਼ਨਸ਼ਿਪ ਜਿਹੜਾ ਹੈ ਕੁਝ ਹੋਰ ਦਿਖਦਾ ਹੈ। ਦੇ ਅਸੀਂ ਕੁਝ ਨਹੀਂ ਪਾਵਾਂਗੇ, ਕਹਿ ਅਸੀਂ ਕੁਝ ਪਾ ਨਹੀਂ ਰਹੇ ਹਾਂ, ਪਰ ਹੈ ਕਿਧਰੇ ਹੋਰ। ਕਿਉਂਕਿ ਉਹ ਪੈਰਾਡਾਈਮ ਦਰਅਸਲ ਕੁਝ ਹੋਰ ਹੈ। ਜਿਹੜਾ ਨਿਰੰਕਾਰ ਹੈ ਉਹ ਤਾਂ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਹਰ ਜਗ੍ਹਾ ਹਾਜ਼ਰ ਹੈ। ਸਾਹਿਬ ਜਿਵੇਂ ਸਾਨੂੰ ਸਾਡੇ ਹੰਕਾਰ ਤੋਂ ਅੱਗੇ ਲੈ ਜਾਣ ਦੀ ਕੁਝ ਵਿਧੀ ਕੱਢ ਰਹੇ ਹਨ। ਜਿਵੇਂ ਸਾਨੂੰ ਕਹਿ ਰਹੇ ਨੇ ਕਿ ਪਾਰ ਦੇਖ ਭਾਈ, ਥੋੜਾ ਦੇਖ ਕੇ ਤੂੰ ਹੀ ਸਾਰੀ ਦੁਨੀਆ ਦਾ ਸੈਂਟਰ ਨਹੀਂ ਹੈ। ਇਹ ਦੱਸ ਰਹੇ ਹਨ ਸਾਨੂੰ ਕਿ ਕਿਸੇ ਤਰ੍ਹਾਂ ਆਪਣੇ ਹੰਕਾਰ ਨੂੰ ਸਮਝ ਲੈ ਪਹਿਲਾਂ ਕਿ ਤੇਰੀ ਦਰਅਸਲ ਹੋਂਦ ਸਾਡੀ ਕੀ ਹੈ। ਸਭ ਕੁਝ ਤਾਂ ਉਹਦੇ ਕਰਕੇ ਹੈ। ਫਿਰ ਸਾਹਿਬ ਇੱਕ ਗੱਲ ਸਾਨੂੰ ਸਮਝਾਉਂਦੇ ਨੇ ਜੀਵਨ ਬਾਰੇ। ਪੰਥ ਵਿੱਚ ਇਹਦਾ ਬੜਾ ਵਿਵਾਦ ਰਿਹਾ ਇਸ ਪੰਕਤੀ ਦਾ। ਅੰਮ੍ਰਿਤ ਵੇਲਾ ਸਾਚ ਨਾਉ ਵਡਿਆਈ ਵਿਚਾਰ।
ਅੰਮ੍ਰਿਤ ਵੇਲੇ ਦੇ ਬੜਾ ਵਿਵਾਦ ਰਿਹਾ। ਦਰਅਸਲ ਮੈਨੂੰ ਇਹ ਸਮਝ ਆਉਂਦਾ ਹੈ, ਸਾਹਿਬ ਨੇ ਜੀਵਨ ਬਾਰੇ ਸਾਨੂੰ ਦੱਸਿਆ ਹੈ, ਇਹ ਜੀਵਨ ਜਿਹੜਾ ਹੈ ਇਹ ਵੇਲਾ ਹੈ ਅੰਮ੍ਰਿਤ ਕਮਾਉਣ ਦਾ। ਅੰਮ੍ਰਿਤ ਜਿਹੜਾ ਕਦੇ ਮਰੇ ਨਾ, ਅੰਮ੍ਰਿਤ ਉਹ ਜਿਹਦੇ ਨਾਲ ਠੰਡ ਪੈ ਜਾਏ ਮਨ ਵਿੱਚ, ਖੇੜਾ ਆ ਜਾਏ, ਆਨੰਦ ਆ ਜਾਏ। ਅੰਮ੍ਰਿਤ ਉਹ ਜੋ ਮੈਨੂੰ ਜੋੜ ਦੇ। ਅੰਮ੍ਰਿਤ ਵੇਲਾ ਸੱਚ ਨਾਉ। ਤਾਂ ਇੱਥੇ ਤਿੰਨ ਗੱਲਾਂ ਆ ਗਈਆਂ, ਅੰਮ੍ਰਿਤ ਵੇਲਾ, ਸੱਚ ਨਾਉ, ਵਡਿਆਈ ਵਿਚਾਰ। ਇਹ ਤਿੰਨੋਂ ਅਲੱਗ ਅਲੱਗ ਗੱਲਾਂ ਨੇ। ਇਹ ਵੇਲਾ ਅੰਮ੍ਰਿਤ ਕਮਾਉਣ ਦਾ ਹੈ। ਅੰਮ੍ਰਿਤ ਇੱਕ ਤਰ੍ਹਾਂ ਦੇਖੀਏ ਤੇ ਕਾਲ ਰਹਿਤ ਜੀਵਨ, ਇੱਕ ਤਰ੍ਹਾਂ ਦੇਖੀਏ ਤੇ ਆਨੰਦ ਦੀ ਚਾਬੀ। ਇਹ ਅੰਮ੍ਰਿਤ ਨੂੰ ਕਿਵੇਂ ਕਮਾਵਾਂਗੇ ਇਹ ਸਾਰੇ ਸਮਝਾ ਰਹੇ ਨਾਲ। ਅੰਮ੍ਰਿਤ ਵੇਲਾ ਸਾਚ ਨਾ, ਸਾਚ ਨਾਉ। ਅੰਮ੍ਰਿਤ ਵੇਲਾ ਸਚ ਨਾਉ, ਸੱਚੇ ਨਾਮ ਨਾਲ, ਸੱਚੇ ਨਾਮ ਦੇ ਵਿੱਚ ਲੀਨ ਹੋਣ ਨਾਲ ਔਰ ਉਹਦੀ ਵਡਿਆਈ ਦੀ ਵਿਚਾਰ ਕਰਨ ਨਾਲ ਸਾਨੂੰ ਅੰਮ੍ਰਿਤ ਵੇਲਾ ਕਮਾਇਆ ਜਾਏਗਾ। ਇਸ ਜੀਵਨ ਨੂੰ ਅੰਮ੍ਰਿਤ ਬਣ ਜਾਏਗਾ। ਸਾਨੂੰ ਸਮਾਂ ਦੇਣਾ ਹੈ, ਵੇਲਾ। ਇਹ ਜਿਤਨਾ ਜੀਵਨ ਦਾ ਸਮਾਂ ਹੈ, ਇਸ ਨੂੰ ਸਾਰੇ ਨੂੰ ਹੀ ਅਸੀਂ ਕਮਿਟ ਕਰਨਾ ਹੈ। ਇਸ ਜੀਵਨ ਨੂੰ ਅਸੀਂ ਕਮਿਟ ਕਰਨਾ ਹੈ। ਤੁਸੀਂ ਕਹੋਗੇ ਜੀ ਫਿਰ ਵਪਾਰ ਕਿਵੇਂ ਕਰਾਂਗੇ, ਜੀਵਨ ਕਿਵੇਂ ਜੀਵਾਂਗੇ? ਮੈਂ ਆਪ ਨੂੰ ਮੈਕਰੋ ਲੈਵਲ ਦੀ ਗੱਲ ਕਰ ਰਿਹਾ ਕਿ ਜੀਵਨ ਜਿਹੜਾ ਹੈ ਉਹਦਾ ਐਸੈਂਸ਼ੀਅਲ ਫੋਕਸ ਕਿੱਥੇ ਹੋਣਾ ਚਾਹੀਦਾ ਹੈ? ਉਸ ਅੰਮ੍ਰਿਤ ਦੀ ਕਮਾਈ। ਇਹ ਅੰਮ੍ਰਿਤ ਦਾ ਵੇਲਾ ਮਿਲਿਆ ਹੈ, ਮੌਕਾ ਮਿਲ ਗਿਆ। ਸੱਚ ਨਾਮ, ਉਹ ਸੱਚੇ ਦੇ ਨਾਮ ਵਿੱਚ ਲੀਨ ਹੋਣਾ ਹੈ, ਉਹਦਾ ਅਭਿਆਸ ਕਰਨਾ ਹੈ, ਉਹਦੀ ਵਿਚਾਰ, ਉਹਦੀ ਵਡਿਆਈ ਕਰਨੀ ਹੈ। ਵਿਚਾਰ ਵਿੱਚ ਤਤ ਗਿਆਨ ਆ ਜਾਂਦਾ ਹੈ। ਮੈਂ ਵਿਚਾਰ ਨੂੰ ਦੋ ਪੱਖੋਂ ਲੈਂਦਾ, ਉਹਨੂੰ ਸਮਝਣਾ ਔਰ ਉਹਦੇ ਧਿਆਨ ਵਿੱਚ ਲੀਨ ਹੋਣਾ। ਮੈਂ ਉਸ ਨੂੰ ਵੀ ਵਿਚਾਰ ਗਿਣਦਾ, ਕਿਉਂਕਿ ਵਿਚਾਰ ਸ਼ਬਦ ਦਾ ਇੱਕ ਅਰਥ ਬਣਦਾ ਤਤ ਗਿਆਨ। ਉਹ ਤਤ ਗਿਆਨ ਸਾਨੂੰ ਧਿਆਨ ਚੋਂ ਮਿਲਦਾ ਹੈ। ਜਿਵੇਂ ਸਮਝੀਏ ਅਸੀਂ ਕੋਈ ਚੀਜ਼ ਪੜ੍ਹੀ ਔਰ ਉਹਨੂੰ ਅਸੀਂ ਕਿਹਾ ਹੁਣ ਉਹਨੂੰ ਵਿਚਾਰੀਏ, ਤਾਂ ਅਸੀਂ ਧਿਆਨ ਨਾਲ ਨਹੀਂ ਵਿਚਾਰੀ, ਤਾਂ ਧਿਆਨ ਨਹੀਂ ਹੈ ਤੇ ਵਿਚਾਰ ਨਹੀਂ ਹੋ ਸਕਦਾ। ਇਸ ਕਰਕੇ ਧਿਆਨ ਇੱਕ ਵਿਚਾਰ ਦੇ ਨਾਲ ਨਾਲ ਚਲਦੀ ਚੀਜ਼ ਹੈ, ਜਿਹੜੀ ਸਾਨੂੰ ਸੰਭਾਲ ਕੇ ਚੱਲਣੀ ਹੈ, ਜਿਹੜੀ ਗੁਰੂ ਸਾਹਿਬ ਸਾਨੂੰ ਅੱਗੇ ਬਾਣੀ ਵਿੱਚ ਸਮਝਾਉਣਗੇ ਵੀ। ਇੱਕ ਜ਼ਰੂਰੀ ਐਲੀਮੈਂਟ ਲਾਈਫ ਦਾ ਧਿਆਨ ਹੈ। ਅਹਰਨ ਮਤ ਵੇਦ ਹਥਿਆਰ। ਦੇਖੋ, ਆਨੰਦ ਦਾ ਵੇਲਾ ਹੈ, ਸੱਚੇ ਨਾਮ ਦਾ ਸਾਥ ਚਾਹੀਦਾ ਹੈ, ਉਹਦੀ ਵਡਿਆਈ ਕਰਨੀ ਹੈ ਜੋ ਨਿਰੰਕਾਰ ਰੂਪ ਹੈ, ਉਹਦੇ ਗੁਣ ਗਾਣੇ ਹਨ। ਮਤਲਬ ਆਪਣੇ ਈਗੋ ਤੋਂ ਪਾਰ ਜਾਣਾ ਹੈ, ਆਪਣੇ ਹੰਕਾਰ ਤੋਂ ਪਾਰ ਜਾਣਾ ਹੈ, ਉਸੇ ਪ੍ਰੇਮ ਨੂੰ ਉਜਾਗਰ ਕਰਨਾ ਹੈ ਜਿਹੜਾ ਮਹਾਰਾਜ ਬਾਰ-ਬਾਰ ਕਹਿ ਰਹੇ ਹਨ, ਜਿਤ ਸੁਣ ਤਰੇ ਪਿਆਰ। ਉਸ ਪ੍ਰੇਮ ਦੇ ਬਿਨਾਂ ਕਹਾਣੀ ਨਹੀਂ ਬਣੇਗੀ। ਇਹ ਪੱਲੇ ਜਿਵੇਂ ਕੁਝ ਚੀਜ਼ਾਂ ਸਾਡੇ ਬਣ ਰਹੇ ਹਨ ਕਿ ਲੰਬਾ ਰਸਤਾ ਹੈ ਪਿੰਡਾ, ਇਹ ਚੀਜ਼ਾਂ ਨਾਲ ਲੈ ਕੇ ਜਾਓ, ਪ੍ਰੇਮ ਨਾਲ ਲੈ ਜਾਣਾ, ਆਪਣਾ ਸਮਾਂ ਦੇਣਾ, ਜੀਵਨ ਦਾ ਸਮਾਂ ਅੰਮ੍ਰਿਤ ਦੀ ਕਮਾਈ ਦਾ ਫੋਕਸ ਰੱਖਣਾ, ਸੱਚ ਨਾਮ ਨਾਲ ਰੱਖਣਾ, ਉਹਦੀ ਵਡਿਆਈ ਕਰਨਾ, ਉਹਦੀ ਵਿਚਾਰ ਕਰਨਾ। ਗੁਰਮੁਖ ਨਾਦਨ, ਗੁਰਮੁਖ ਵੇਦਨ। ਅਸੀਂ ਕਿਸ ਪਾਸੇ ਜਾਣਾ ਹੈ, ਕੀ ਕਰਨਾ ਹੈ, ਨਾਲ ਸਾਡੇ ਬਣ ਰਹੇ ਹਨ। ਜੀਵਨ ਵਿੱਚ ਮੈਂ ਤੋਂ ਪਾਰ ਜਾਣਾ ਹੀ ਜੀਵਨ ਦੀ ਅਸਲੀਅਤ ਨਜ਼ਰੀਆ ਦਿੰਦਾ ਹੈ ਸਾਨੂੰ। ਜਿੰਨੇ ਚਿਰ ਅਸੀਂ ਮੈਂ ਵਿੱਚ ਰਵਾਂਗੇ, ਸਾਨੂੰ ਜੀਵਨ ਨਹੀਂ ਦਿਖੇਗਾ, ਇੱਕ ਜੀਵਨ ਦੀ ਚੱਕਰਵਿਊ ਨਜ਼ਰ ਆਏਗਾ, ਘੁੰਮਦਾ ਹੁਆ ਹੈ ਚੱਕਰਵਿਊ। ਕੁਝ ਸਮਝ ਹੀ ਨਹੀਂ ਆ ਰਹੀ ਹੋ ਕੀ ਰਿਹਾ। ਜਦੋਂ ਜੀਵਨ ਥਿਰ ਹੋਏਗਾ, ਜਿੱਥੇ ਕਿਧਰ ਥਿਰ ਹੋਏਗਾ, ਜਿੱਥੇ ਅੰਮ੍ਰਿਤ ਵੇਲੇ ਦੀ ਭਾਲ ਅਸੀਂ ਕਰਨਾ ਸ਼ੁਰੂ ਕਰਾਂਗੇ, ਜੀਵਨ ਨੂੰ ਅਸੀਂ ਅੰਮ੍ਰਿਤ ਦੀ ਭਾਲ ਬਣਾ ਦੇਵਾਂਗੇ। ਇਹ ਵੇਲਾ ਅੰਮ੍ਰਿਤ ਕਮਾਉਣ ਦਾ ਹੈ। ਇਹ ਮੇਰੇ ਜੀਵਨ ਦਾ ਮੇਨ ਫੋਕਸ ਹੈ।
ਜਦੋਂ ਮੈਂ ਉੱਠਦਾ ਵਾਂ ਸਵੇਰੇ ਕਿ ਮੈਂ ਅੰਮ੍ਰਿਤ ਦੇ ਵੱਲ ਮੂੰਹ ਕਰਕੇ ਜੀਨਾ ਹਾਂ, ਜਦੋਂ ਮੈਂ ਸੌਂਦਾ ਵਾਂ ਕਿ ਮੈਂ ਅੰਮ੍ਰਿਤ ਵੱਲ ਧਿਆਨ ਕਰਕੇ ਜੀਨਾ ਹਾਂ। ਮੇਰਾ ਧਿਆਨ ਕਿੱਥੇ ਹੈ? ਜਿੱਥੇ ਧਿਆਨ ਹੈ ਉੱਥੇ ਮੈਂ ਜਾ ਰਿਹਾ ਹਾਂ। ਮਹਾਰਾਜ ਕਹਿੰਦੇ ਨੇ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ, ਸਚ ਨਾਉ ਪੱਲੇ ਪੰਨ ਨਾ ਪਾਈ। ਨਾਉ ਰਤੇ ਸਿਜਣ ਗਏ, ਹਾਰ ਗਏ ਸੇ ਠੱਗਣ ਵਾਲੇ। ਜਿਹੜੇ ਉਹਦੇ ਨਾਮ ਵਿੱਚ ਰਤੇ ਜਾਣਗੇ ਉਹ ਜਿੱਤ ਕੇ ਜਾਣਗੇ, ਬਾਕੀ ਤਾਂ ਸਭ ਹਾਰ ਕੇ ਗਏ ਹਨ। ਮੇਰੀ ਵਿਕਟ ਜਿਹੜੀ ਹੈ ਉਹ ਕਿੱਧਰ ਜਾ ਰਹੀ ਹੈ? ਮੈਂ ਇੱਥੋਂ ਹਾਰ ਕੇ ਜਾਣਾ ਹੈ ਕਿ ਜਿੱਤ ਕੇ ਜਾਣਾ ਹੈ, ਇਹ ਮੇਰਾ ਫੈਸਲਾ ਹੈ। ਗੁਰੂ ਤਾਂ ਸਮਝਾ ਰਹੇ ਹਨ ਕਿ ਵੇਲਾ ਅੰਮ੍ਰਿਤ ਦੀ ਕਮਾਈ ਦਾ ਹੈ, ਪਰ ਕੀ ਮੈਂ ਉਹ ਕਰ ਰਿਹਾ? ਮੈਂ ਕਿਹੜੀ ਕਮਾਈਆਂ ਕਰ ਰਿਹਾ? ਠੱਗੀ ਕਿਸੇ ਦੂਸਰੇ ਨਾਲ ਕਰਦਾ ਹੈ ਇਨਸਾਨ, ਦਰਅਸਲ ਆਪਣੇ ਆਪ ਨਾਲ ਹੀ ਕਰ ਰਿਹਾ ਹੁੰਦਾ ਹੈ। ਚੋਰੀ ਕਿਸੇ ਹੋਰ ਨਾਲ ਕਰਦਾ ਹੈ, ਆਪਣੇ ਆਪ ਨਾਲ ਹੀ ਕਰ ਰਿਹਾ ਹੈ। ਚਲਾਕੀਆਂ ਕਿਸੇ ਹੋਰ ਨਾਲ ਵਰਤ ਰਿਹਾ, ਚਲਾਕੀ ਤਾਂ ਆਪਣੇ ਆਪ ਨਾਲ ਹੋ ਰਹੀ ਹੈ। ਜੀਵਨ ਠੱਗਿਆ ਗਿਆ, ਜੀਵਨ ਚਲਾਕੀਆਂ 'ਚ ਰੁੜ ਗਿਆ, ਜੀਵਨ ਚੋਰੀ ਹੋ ਗਿਆ, ਅੰਮ੍ਰਿਤ ਹੱਥੋਂ ਨਿਕਲ ਗਿਆ। ਹੋਰ ਕੀ ਨੁਕਸਾਨ ਕਮਾਉਣਾ? ਹੋਰ ਕਮਾਈ ਇੱਥੋਂ ਕੀ ਲਿਜਾਓਗੇ ਜੇ ਅੰਮ੍ਰਿਤ ਹੀ ਨਿਕਲ ਗਿਆ ਹੱਥੋਂ ਮੇਰੇ? ਬਾਕੀ ਤਾਂ ਸਭ ਦੁਨੀਆ ਨੇ ਵੈਸੇ ਵੀ ਲੈ ਲੈਣਾ ਹੈ। ਕਰ ਮੈਂ ਦੂਜੇ ਨਾਲ ਰਿਹਾ ਇਹ ਸਮਝ ਕੇ ਕਿ ਮੈਂ ਜਿੱਤ ਕੇ ਜਾ ਰਿਹਾ, ਪਰ ਆਪਣੀ ਹਾਰ ਮੈਂ ਹੋਰ ਜ਼ਿਆਦਾ ਗਹਿਨ ਕਰਦਾ ਜਾ ਰਿਹਾ। ਇਹਨੂੰ ਸਮਝਣਾ, ਮੇਰੇ ਔਰ ਦੂਜੇ 'ਚ ਭੇਦ ਇੱਥੇ ਖਤਮ ਹੋ ਗਿਆ। ਆਪ ਸਮਝ ਰਹੇ ਹੋ ਗੱਲ ਨੂੰ? ਮੇਰੇ ਜੀਵਨ ਦਾ ਐਟੀਟਿਊਡ ਮੈਨੂੰ ਰਿਜ਼ਲਟ ਦੇਗਾ ਮੇਰੇ ਜੀਵਨ ਨੂੰ। ਦੂਸਰੇ ਨੂੰ ਹਾਰ ਜਿੱਤ ਮੈਂ ਉਸ ਤਰ੍ਹਾਂ ਸੋਚਦਾ ਵਾਂ, ਮੋਮੈਂਟਰਲੀ ਲੱਗਦਾ ਹੈ ਮੈਨੂੰ, ਪਰ ਉਹ ਤਾਂ ਮੇਰੇ ਨਾਲ ਆਪਣਾ ਹੀ ਧੋਖਾ ਹੈ। ਸਾਨੂੰ ਲੱਗਦਾ ਅਸੀਂ ਦੂਸਰੇ ਨੂੰ ਹਰਾਤਾ, ਅਸੀਂ ਜਿੱਤ ਗਏ, ਅੱਜ ਰਾਤ ਅਸੀਂ ਖੁਸ਼ ਹੋ ਕੇ ਸੋਵਾਂਗੇ, ਅੱਜ ਕਮਾਈ ਕਰ ਲਈ, ਪਰ ਅੱਜ ਰਾਤ ਅਸੀਂ ਹਾਰ ਕੇ ਸੋ ਰਹੇ ਹਾਂ। ਨਾਮ ਸਾਡੇ ਨਾਲ ਨਹੀਂ ਹੈ, ਅੰਮ੍ਰਿਤ ਦੀ ਪਾਲ ਮੇਰੀ ਨਹੀਂ ਹੋ ਰਹੀ, ਫੋਕਸ ਹੀ ਨਹੀਂ ਹੈ। ਮਹਾਰਾਜ ਨੇ ਜਿਹੜੀਆਂ 3 ਚੀਜ਼ਾਂ ਸਾਨੂੰ ਸਮਝਾਈਆਂ ਨੇ, ਇਹ ਤੱਤ ਹੈ ਜੀਵਨ ਦਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਨੂੰ ਆਸੀਸ ਬਖਸ਼ਣ, ਸਾਨੂੰ ਸ਼ਬਦ ਸਮਝ ਆਏ ਔਰ ਉਹਦੇ ਧਿਆਨ 'ਚ ਅਸੀਂ ਬੈਠ ਸਕੀਏ। ਕੁਝ ਅੰਦਰ ਤੇ ਕਿਪਾੜ ਖੁੱਲਣ ਮਹਾਰਾਜ, ਕੋਈ ਇਹੋ ਜਿਹੀ ਵਿਧੀ, ਇਹੋ ਜਿਹੀ ਕਿਰਪਾ ਹੋ ਜਾਏ, ਕੁਝ ਇਹੋ ਜਿਹਾ ਸਾਡੇ ਨਾਲ ਹੋ ਜਾਏ ਜਿਹਦੇ ਨਾਲ ਅਸੀਂ ਜਾਣ ਪਾਈਏ ਕਿ ਜੀਵਨ ਦਰਅਸਲ ਕੀ ਹੈ। ਕਿਉਂਕਿ ਜਿਹੜਾ ਜੀਵਨ ਮੇਰੇ ਕੋਲ ਅੱਜ ਹੈ ਉਹ ਤਾਂ ਮੇਰੇ ਕੋਲ ਰਹਿਣਾ ਹੀ ਨਹੀਂ, ਤਾਂ ਰਹਿ ਕੀ ਜਾਣਾ ਹੈ ਫਿਰ? ਇਸ ਮਨ ਕੋ ਕੋਈ ਖੋਜੋ ਪਾਈ, ਤਨ ਗਿਆ ਮਨ ਕਹਾਂ ਸਮਾਈ। ਰਹਿ ਕੀ ਜਾਣਾ ਮੇਰੇ ਕੋਲ? ਬਸ ਕਰਮ ਰਹਿ ਜਾਣੇ। ਮਨ ਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਨ, ਪਰ ਇਹ ਹੋਰ ਕੁਝ ਨਹੀਂ ਰਹਿ ਜਾਣਾ। ਉਹ ਤਾਂ ਇੱਕ ਜਿਵੇਂ ਇੱਕ ਚੱਕਰਵਿਊਹ ਤੋਂ ਨਿਕਲੇ ਔਰ ਇੱਕ ਹੋਰ ਵਿੱਚ ਫਸ ਗਏ, ਚੱਲਦੇ ਹੀ ਜਾਓ। ਹੁਣ ਇੱਥੇ ਖੜੇ ਹੋਣ ਦਾ ਕੋਈ ਸਮਾਂ ਨਹੀਂ ਰਹਿ ਗਿਆ। ਹੁਣ ਆਰਡਰ ਤੇ ਚੱਲਣਾ ਹੈ, ਅਸੀਂ ਹੁਕਮ ਵਿੱਚ ਦੂਜੇ ਤੇ ਚੱਲਣਾ ਹੈ। ਮਾਲਕ ਨਹੀਂ ਅਸੀਂ ਬਣ ਸਕਦੇ ਕਦੇ ਵੀ, ਸਲੇਵ ਟੂ ਦ ਸਿਚੁਏਸ਼ਨ ਉਹੀ ਰਹਾਂਗੇ, ਕਿਉਂਕਿ ਐਟੀਟਿਊਡ ਸਾਡਾ ਇਹੋ ਜਿਹਾ ਹੈ, ਹਮੇਸ਼ਾ ਮੰਗਤੇ ਹੀ ਰਵਾਂਗੇ। ਕਿਉਂਕਿ ਮਾਲਕ ਨਹੀਂ ਹਾਂ, ਮੰਗਤੇ ਹੀ ਰਹਿਣਾ ਹੈ। ਮਾਲਕ ਨਹੀਂ ਹਾਂ, ਕੁਝ ਦੇਣ ਜੋਗਾ ਨਹੀਂ ਹਾਂ। ਮਾਲਕ ਨਹੀਂ ਹੈ, ਮੇਰੇ ਮੰਗਣ 'ਚ ਵਜਨ ਨਹੀਂ ਹੈ। ਅੰਮ੍ਰਿਤ ਵੇਲਾ ਜੀਵਨ ਦਾ ਵੇਲਾ ਹੈ, ਜੀਵਨ ਦਾ ਵੇਲਾ ਸਾਰਾ ਅੰਮ੍ਰਿਤ ਦੀ ਪਾਲ ਹੈ। ਅਸੀਂ ਸਮਾਂ, ਜੀਵਨ ਦਾ ਸਮਾਂ ਅੰਮ੍ਰਿਤ ਦੀ ਪਾਲ ਲਈ ਬਿਤਾਉਣਾ ਹੈ। ਸਾਡਾ ਫੋਕਸ ਹੈ ਸਤਿਨਾਮ। ਮਨ ਮੇਰਾ ਝੂਠ ਵਿੱਚ ਬੈਠਾ ਹੈ, ਨਾਮ ਸੱਚ ਹੈ। ਨਾਮ ਦੀ ਸੰਗਤ ਵਿੱਚ ਮੈਂ ਮਨ ਨੂੰ ਬਦਲ ਦਿਆਂਗਾ, ਇਸ ਮਨ ਤੋਂ ਪਾਰ ਜਾਣ ਦੀ ਸ਼ਮਤਾ ਕਰ ਲਾਂਗਾ ਅਗਰ ਨਾਮ ਦੀ ਸੰਗਤ ਕਰਦਾ ਰਵਾਂ। ਆਪਣੀ ਵਿਚਾਰ ਤੋਂ ਬਾਹਰ ਜਾ ਕੇ ਵਡਿਆਈ ਉਹਦੀ ਵਿਚਾਰਾਂ ਜੋ ਨਿਰੰਕਾਰ ਰੂਪ ਹੈ। ਮਹਾਰਾਜ ਸਮਝਾ ਰਹੇ ਨੇ ਭਾਈ, ਕਰਮਾਂ ਨਾਲ ਤੇ ਕੱਪੜਾ ਹੀ ਮਿਲੇਗਾ, ਉਹਦੀ ਨਜ਼ਰ ਲੈਣੀ ਹੈ, ਅਸੀਂ ਉਹਦੇ ਨਾਲ ਪ੍ਰੇਮ ਕਰਨਾ ਹੈ। ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ,
ਇਹ ਦੋ ਸਾਈਕਲ ਜੀਵਨ ਦੇ ਮਹਾਰਾਜ ਸਮਝਾ ਰਹੇ ਹਨ। ਇੱਕ ਕਰਮਾਂ ਦਾ ਸਾਈਕਲ ਹੈ, ਲੇਖਾ ਕਤਹੁ ਨਾ ਛੂਟੀਏ, ਹਮ ਖਿਨ ਖਿਨ ਭੁੱਲਣਹਾਰ, ਬਖਸ਼ਣਹਾਰਾ ਬਖਸ਼ ਦੇ ਨਾਨਕ ਪਾਰ ਉਤਾਰ। ਬਾਬੇ ਪਹਿਲੇ ਪਾਇਆ ਬਖਸ਼ਦਰ, ਪਿੱਛੋਂ ਦੋ ਕਰ ਕਾਲ ਕਮਾਈ। ਭਾਈ ਗੁਰਦਾਸ ਗੁਰੂ ਨਾਨਕ ਸਾਹਿਬ ਬਾਰੇ ਕਹਿ ਰਹੇ ਹਨ, ਪਹਿਲੇ ਬਾਬੇ ਪਾਇਆ ਬਖਸ਼ਦਰ, ਪਹਿਲੇ ਬਖਸ਼ਿਸ਼ ਹੋਈ, ਨਦਰ ਹੋਈ। ਇਹੀ ਅਸੀਂ ਵੀ ਦੇਖਦੇ ਹਾਂ, ਅਸੀਂ ਇਸੇ ਚੀਜ਼ ਨੂੰ ਅਸੀਂ ਵੀ ਉਡੀਕਦੇ ਹਾਂ ਕਿ ਨਦਰ ਕਿਵੇਂ ਲਵਾਂਗੇ ਉਹਦੀ। ਮਹਾਰਾਜ ਸਮਝਾ ਰਹੇ ਨੇ, ਅੰਮ੍ਰਿਤ ਵੇਲਾ ਸਾਚ ਨਾਉ ਵਡਿਆਈ ਵਿਚਾਰ, ਉਹਦੇ ਧਿਆਨ ਵਿੱਚ ਰਹਿਣਾ ਹੈ, ਉਹਦੇ ਸ਼ਬਦ ਦੇ ਵਿਚਾਰ ਚ ਰਹਿਣਾ ਹੈ, ਉਹਦੇ ਸ਼ਬਦ ਦੇ ਧਿਆਨ ਵਿੱਚ ਰਹਿਣਾ ਹੈ, ਉਹਦੇ ਨਾਮ ਵਿੱਚ ਰਹਿਣਾ ਹੈ। ਸੱਚ ਨਾਉ, ਨਾਮ ਉਹਦਾ ਨਾਲ ਲੈ ਕੇ ਚੱਲਣਾ ਹੈ। ਔਰ ਨਜ਼ਰ ਹੋਏਗੀ ਤਾਂ ਇਹ ਖੇਡ ਬਦਲੇਗੀ। ਜਦ ਤੱਕ ਨਜ਼ਰ ਨਹੀਂ ਹੋਏਗੀ ਤਦ ਤੱਕ ਚਾਲ ਕਰਮਾਂ ਵਾਲੀ ਰਹੇਗੀ। ਤਾਂ ਮਹਾਰਾਜ ਕਹਿੰਦੇ ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆਰ। ਇਸ ਤਰ੍ਹਾਂ ਜਾਣੋ ਸਭ ਉਹੀ ਹੈ। ਇਹ ਜੋ ਮੇਰੇ ਮਨ ਦੀ ਅਵਸਥਾ ਹੈ ਉਸ ਤੋਂ ਬਿਲਕੁਲ ਉਲਟ ਗੱਲ ਮਹਾਰਾਜ ਕਰ ਰਹੇ ਮੇਰੇ ਨਾਲ, ਕਿ ਜਿਵੇਂ ਉਹੀ ਹੈ ਔਰ ਮੈਂ ਜੀ ਰਿਹਾ ਜਿਵੇਂ ਮੈਂ ਹੀ ਹਾਂ। ਤਾਂ ਸਾਹਿਬ ਨੇ ਸਾਨੂੰ ਸਾਡੇ ਮਨ ਦੀ ਅਵਸਥਾ ਦੱਸੀ ਹੈ, ਨਾਲ ਸਮਝਾ ਰਹੇ ਹਨ। ਇਸ ਚੌਥੀ ਪੌੜੀ ਵਿੱਚ ਉਡਾਰੀ ਮਾਰ ਰਹੇ ਹਨ ਪ੍ਰੇਮ ਦੀ ਗੱਲ ਦੱਸਦੇ ਹਨ, ਮਨ ਤੋਂ ਪਰੇ ਜਾਣ ਦੀ ਗੱਲ ਦੱਸਦੇ ਹਨ। ਪ੍ਰੇਮ ਨੂੰ ਅੰਤਰ ਵਿੱਚ ਕਮਾਣਾ ਹੈ, ਪ੍ਰੇਮ ਦੇ ਨਾਲ ਹੀ ਰੱਬ ਨੂੰ ਪ੍ਰਾਪਤ ਕਰਨਾ ਹੈ। ਜੀਵਨ ਨੂੰ ਅੰਮ੍ਰਿਤ ਦੀ ਭਾਲ, ਅੰਮ੍ਰਿਤ ਦੀ ਖੋਜ ਵਿੱਚ ਲਿਜਾਣਾ ਹੈ, ਸੱਚੇ ਨਾਮ ਵਿੱਚ ਲੀਨ ਕਰ ਦੇਣਾ ਹੈ, ਨਜ਼ਰ ਲੈਣੀ ਹੈ ਉਹਦੀ। ਅਗਰ ਇਹ ਸਾਰੀ ਪੌੜੀ ਦੀ ਅਗਰ ਗੱਲ ਅਸੀਂ ਵਿਚਾਰੀਏ ਤੇ ਮਹਾਰਾਜ ਸਾਨੂੰ ਨਜ਼ਰ ਵੱਲ ਲਿਜਾਣ ਲਈ ਪ੍ਰੇਰ ਰਹੇ ਹਨ ਕਿ ਨਜ਼ਰ ਤੋਂ ਬਣੇਗੀ ਗੱਲ, ਮੇਰੇ ਕਰਮਾਂ ਤੋਂ ਨਹੀਂ ਬਣੇਗੀ, ਕਿਉਂਕਿ ਕਰਮ ਤਾਂ ਕਦੇ ਵੀ ਨਹੀਂ ਮਿਟਣੇ ਹਨ। ਲੇਖਾ ਕਤਹੁ ਨਾ ਛੂਟੇ, ਇਹਦਾ ਮਤਲਬ ਇਹ ਨਹੀਂ ਕਿ ਮੈਂ ਕਰਮਾਂ ਦਾ ਧਿਆਨ ਹੀ ਨਹੀਂ ਕਰਾਂਗਾ। ਅਗਰ ਮੈਂ ਪ੍ਰੇਮ ਔਰ ਨਜ਼ਰ ਵਿੱਚ ਜੀਆਂਗਾ ਤਾਂ ਮੇਰੇ ਕਰਮ ਤਾਂ ਪਲਟ ਜਾਣਗੇ। ਜਿਵੇਂ ਮੈਂ ਜੜ ਵਿੱਚ ਕੁਝ ਬਦਲ ਦਿੱਤਾ ਤੇ ਉਹ ਪੇੜ ਦੇ ਪੱਤੇ ਬਦਲ ਜਾਣੇ ਹਨ। ਮੇਰੀ ਰੂਹ ਵਿੱਚ ਅਗਰ ਆਨੰਦ ਆ ਗਿਆ, ਰੂਹ ਵਿੱਚ ਪ੍ਰੇਮ ਆ ਗਿਆ, ਰੂਹ ਵਿੱਚ ਨਜ਼ਰ ਦੀ ਗੱਲ ਆ ਗਈ, ਰੂਹ ਵਿੱਚ ਅੰਮ੍ਰਿਤ ਵੇਲੇ ਦੀ ਭਾਲ ਆ ਗਈ, ਤਾਂ ਮੇਰੇ ਕਰਮ ਸਾਰੇ ਬਦਲ ਜਾਣਗੇ। ਜਿਵੇਂ ਮੈਂ ਜੀ ਰਿਹਾ ਉਹ ਸਭ ਬਦਲ ਜਾਏਗਾ। ਹੁਣ ਮੈਂ ਇਸ ਕਰਕੇ ਨਹੀਂ ਕਰਾਂਗਾ ਕਿ ਮੈਂ ਚੰਗਾ ਕਰਾਂ ਤਾਂ ਮੈਨੂੰ ਚੰਗਾ ਮਿਲੇਗਾ, ਤੇ ਵਪਾਰੀ ਹੈ, ਪ੍ਰੇਮੀ ਨਹੀਂ ਹੈ। ਤੇ ਤੁਸੀਂ ਵਪਾਰ ਕਰੋਗੇ, ਨਿਰੰਕਾਰ ਨਾਲ ਅਸੀਂ ਵਪਾਰ ਕਰਾਂਗੇ, ਉਹ ਵੀ ਸਾਡੇ ਨਾਲ ਏਦਾਂ ਹੀ ਵਪਾਰ ਕਰੇਗਾ, ਕਿਉਂਕਿ ਅਸੀਂ ਵਪਾਰ ਹੀ ਨਿਕਲ ਗਏ। ਪ੍ਰੇਮ ਦੀ ਖੇਡ ਵਿੱਚ ਵਪਾਰ ਬਦਲ ਜਾਂਦਾ ਹੈ। ਸਾਨੂੰ ਮਹਾਰਾਜ ਸਾਡੇ ਹੰਕਾਰ ਤੋਂ ਕੱਢ ਕੇ ਨਜ਼ਰ ਨਾਲ ਬਣਨਾ ਚਾਹੁੰਦੇ ਹਨ, ਸਾਡੀ ਈਗੋ ਤੋਂ ਪਾਰ ਸਾਡੇ ਪ੍ਰੇਮ ਨਾਲ ਬਣਨਾ ਚਾਹੁੰਦੇ ਹਨ, ਨਿਰੰਕਾਰ ਦੇ। ਸਾਡੀ ਸ਼ਕਤੀ ਜਿਹੜੀ ਜੀਵਨ ਦੀ ਜਿੱਥੇ ਬਹਿ ਰਹੀ ਹੈ ਉਸ ਤੋਂ ਬਦਲ ਕੇ ਉਹ ਅੰਮ੍ਰਿਤ ਨਾਲ ਬਣਨਾ ਚਾਹੁੰਦੇ ਹਨ। ਸਾਨੂੰ ਗੱਲ ਕੀ ਹੈ ਕਿ ਅਸੀਂ ਜੀਵਨ ਨੂੰ ਪਰਸਪੈਕਟਿਵ ਜਿਹੜਾ ਦਿੱਤਾ ਹੈ ਔਰ ਜੋ ਉਹ ਦਿੰਦੇ ਹਨ ਉਹਦੇ 'ਚ ਫਰਕ ਹੈ, ਔਰ ਉਸ ਨੂੰ ਜਾਣਨਾ ਜ਼ਰੂਰੀ ਹੈ ਕਿ ਗੁਰੂ ਸਾਹਿਬ ਸਾਨੂੰ ਕੀ ਆਦੇਸ਼ ਕਰਦੇ ਹੈ। ਮਹਾਰਾਜ ਉਹਦੀ ਵਡਿਆਈਆਂ ਕਰਦੇ ਨੇ, ਸੱਚ ਦੀ ਗੱਲ ਕਰਦੇ ਨੇ, ਸੱਚ ਦੇ ਨਾਲ ਨਾਮ ਦੀ ਗੱਲ ਕਰਦੇ ਨੇ, ਪ੍ਰੇਮ ਦੀ ਗੱਲ ਕਰਦੇ ਨੇ, ਨਜ਼ਰ ਦੀ ਗੱਲ ਕਰਦੇ ਨੇ। ਇਹ ਸਭ ਪੈਰਾਡਾਈਮ ਸਾਡੇ ਤੋਂ ਉਜਲੇ ਨੇ, ਸਾਡੇ ਤੋਂ ਪਰੇ ਨੇ, ਅਸੀਂ ਇਹਨਾਂ ਵਿੱਚ ਨਹੀਂ ਜੀ ਰਹੇ ਹਾਂ। ਨਜ਼ਰ ਤਾਂ ਸਦਾ ਹੀ ਹੈ, ਲੈਣ ਵਾਲੇ ਅਸੀਂ ਨਹੀਂ ਬਣ ਪਾ ਰਹੇ। ਨਦਰੀ ਮੋਖ ਦੁਆਰ, ਮੋਖ ਦਾ ਅਰਥ ਬਣੇਗਾ ਮੋਕਸ਼, ਪਰ ਇਹਨੂੰ ਇਸ ਤਰ੍ਹਾਂ ਕਰ ਲਈਏ ਫਰੀडम, ਆਜ਼ਾਦੀ। ਇਹ ਜਿਹੜੇ ਮਨ ਦੇ ਟਰੈਪਸ ਨੇ ਜਿੱਥੇ ਫਸੇ ਹਾਂ ਅਸੀਂ, ਇਸ ਤੋਂ ਆਜ਼ਾਦ ਹੋ ਗਏ। ਕਿਉਂਕਿ ਆਜ਼ਾਦੀ ਹੈ ਜਦ ਮੈਂ ਮਾਲਕ ਹਾਂ ਤਾਂ ਆਜ਼ਾਦੀ ਹੈ। ਜਦ ਮਨ ਨੂੰ ਜਿੱਤ ਲੈਂਗੇ ਤਾਂ ਹੀ ਆਜ਼ਾਦੀ ਹੈ। ਮਨ ਨੂੰ ਜਿੱਤੇ ਤਾਂ ਹਾਰ ਕੇ ਗਏ, ਮਨ ਅੱਗੇ ਹੀ।
ਮੇਰੇ ਮਨ ਤਨ ਪ੍ਰੇਮ ਲਗਾ ਹਰ ਬਾਣ ਜਿਉ, ਪ੍ਰੇਮ ਲਗਾ ਹਰ ਬਾਣ ਜਿਉ। ਦੁਨੀਆ ਪ੍ਰੇਮ ਕਰਦੀ ਹੈ ਕਾਰਨ ਕਰਕੇ, ਉਹਦੇ ਵਿੱਚ ਬਾਦਫਾ ਝੂਠ ਹੁੰਦਾ ਹੈ। ਕੁਝ ਲੰਬਾ ਜਦੋਂ ਖਿੱਚ ਜਾਏ ਤਾਂ ਉਹਦੇ ਸੱਤ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ। ਪਰ ਇਹ ਪ੍ਰੇਮ ਬਿਨਾਂ ਕਾਰਨ ਨਿਰੰਕਾਰੀ ਪ੍ਰੇਮ, ਨਿਰੰਕਾਰ ਨਾਲ ਪ੍ਰੇਮ ਹੈ। ਇਹਦਾ ਕੋਈ ਕੋਈ ਸਥੂਲ ਵਸਤੂ ਨਾਲ ਕੋਈ ਕਾਰਨ ਨਹੀਂ ਹੈ, ਕੋਈ ਰਿਲੇਸ਼ਨ ਨਹੀਂ ਹੈ। ਨਾ ਹੀ ਹੈ ਕੋਈ ਰਿਲੇਸ਼ਨ ਇਹੋ ਜਿਹਾ ਜਿਹਦੇ ਚ ਮੈਂ ਜਨਮਿਆ, ਕਿਸੇ ਘਰ ਚ ਮੈਂ ਜਨਮਿਆ, ਕੋਈ ਕਾਰਨ ਹੋਇਆ ਜਿਹਦੇ ਕਰਕੇ ਮੈਂ ਪ੍ਰੇਮ ਕਰਦਾ। ਇਹ ਤੇ ਮੇਰੀ ਅੰਮ੍ਰਿਤ ਦੀ ਭਾਲ ਤੋਂ ਪੁਕਾਰ ਨਿਕਲੀ ਹੈ ਪ੍ਰੇਮ ਦੀ। ਮੈਨੂੰ ਲੱਗਦਾ ਸਾਹਿਬ ਨੇ ਕਾਫੀ ਉੱਚੀ ਉਡਾਰੀ ਸਾਨੂੰ ਅੱਜ ਦਵਾਈ ਹੈ। ਵੈਸੇ ਤਾਂ ਸਾਰੇ ਹੀ ਸ਼ਬਦ ਇਸ ਤਰ੍ਹਾਂ ਦੇ ਨੇ, ਪਰ ਮਹਾਰਾਜ ਜਦੋਂ ਬਾਰ-ਬਾਰ ਸੱਤ ਵੱਲ ਜਾਂਦੇ ਨੇ, ਇੱਕ ਸਤੋਰੀ ਜੀ ਆ ਜਾਂਦੀ ਹੈ, ਸੱਚਾ ਸਾਹਿਬ ਸਾਚ ਨਾਮ। ਜਿਵੇਂ ਸਾਨੂੰ ਲੈ ਗਏ ਹਨ ਉਸ ਦੇਸ਼ ਵਿੱਚ ਜਿੱਥੇ ਸੱਚਾ ਰਹਿੰਦਾ ਹੈ। ਇਹ ਅਸੀਂ ਦੇਖਣਾ ਹੈ ਕਿ ਅਸੀਂ ਆਪਣੇ ਜੀਵਨ ਨੂੰ ਕਿਵੇਂ ਪਲਟਣਾ ਹੈ। ਜਪਜੀ ਸਾਹਿਬ ਤੋਂ ਅਸੀਂ ਕੀ ਸਿੱਖਦੇ ਹਾਂ, ਜਿਹੜੇ ਇਹ ਅਰਥ ਮਹਾਰਾਜ ਨੇ ਸਾਨੂੰ ਅੱਜ ਸਮਝਾਏ ਹਨ, ਇਹਨਾਂ ਤੋਂ ਸਾਨੂੰ ਕੀ ਸਮਝ ਆਉਂਦਾ ਹੈ, ਮੈਂ ਆਪਣਾ ਜੀਵਨ ਕਿਵੇਂ ਬਦਲਣਾ ਹੈ। ਫਿਰ ਸਾਹਿਬ ਸਾਨੂੰ ਕਹਿ ਰਹੇ ਨੇ ਅਖੀਰ ਵਿੱਚ, ਜਾਣ ਤੈ ਲੈਣਾ ਕਿ ਸਭ ਕੁਝ ਉਹੀ ਹੈ, ਮੈਂ ਕੁਝ ਨਹੀਂ ਹਾਂ ਇੱਥੇ, ਮੈਂ ਤੇ ਸਭ ਮਿੱਟੀ ਚ ਚਲਾ ਜਾਣਾ ਹੈ। ਜਦੋਂ ਤਨ ਬਾਲ ਜਾਏਗਾ ਇੱਥੇ ਕੋਈ, ਤਾਂ ਐਸਾ ਸਭ ਕੁਝ ਖਾਕ ਹੋ ਜਾਏਗਾ। ਉਹਦੇ ਵਿੱਚ ਸਾਰੀ ਜਿਹੜੀ ਜਿਤਨੀ ਰਿਲੇਸ਼ਨਸ਼ਿਪਸ ਨੇ, ਜਿਹੜੀ ਈਗੋ ਪੈਰਾਡਾਈਮ ਹੈ ਜਿਹਦੇ ਚ ਮੈਂ ਡਿਫਾਈਨ ਕੀਤਾ, ਜਿਵੇਂ ਉਹ ਦਿਨ ਬੀਬਾ ਕਹਿ ਰਹੇ ਸਨ ਮੇਰੇ ਰਿਸ਼ਤਿਆਂ ਦਾ ਕੀ ਹੋਏਗਾ, ਜੇ ਅਸੀਂ ਆਪ ਹੀ ਨਹੀਂ ਜਗਾਂਗੇ ਤੇ ਰਿਸ਼ਤੇ ਵੀ ਨਹੀਂ ਜਗਣਗੇ, ਨਾਲ ਹੀ ਚਲੇ ਜਾਣਗੇ। ਸਭ ਕੁਝ ਇਵੇਂ ਹੀ ਟੁਰਦਾ ਜਾ ਰਿਹਾ। ਇੱਕ ਸੰਤ ਕਹਿੰਦਾ ਸੀ ਕਿ ਮੇਰਾ ਔਰ ਮੇਰੇ ਰਿਸ਼ਤੇਦਾਰਾਂ ਦਾ ਮਿਲਣ ਇਸ ਤਰ੍ਹਾਂ ਹੈ ਜਿਵੇਂ ਕਿ ਦੋ ਟ੍ਰੇਨਾਂ ਪਲੇਟਫਾਰਮ ਤੇ ਮਿਲੀਆਂ ਹਨ ਔਰ ਦੋਨੋਂ ਅਲੱਗ-ਅਲੱਗ ਜਗ੍ਹਾ ਜਾ ਰਹੀਆਂ ਹਨ। ਇਸੇ ਤਰ੍ਹਾਂ ਅਸੀਂ ਸੱਗੇ ਸੰਬੰਧੀਆਂ ਨੂੰ ਸਗਾ ਬਣਾਇਆ ਹੈ, ਪਰ ਇੱਥੇ ਪਲੇਟਫਾਰਮ ਦਾ ਮਿਲਣ ਹੈ ਕੁਝ ਚਿਰ ਲਈ, ਕੁਝ ਚਿਰ ਬਾਅਦ ਬਸ ਆਪਣੇ ਆਪਣੇ ਰਸਤੇ ਨਿਕਲ ਜਾਣੇ। ਜਿਸ ਤਰ੍ਹਾਂ ਕਰਮ ਲੈ ਜਾਣਗੇ ਇਸ ਤਰ੍ਹਾਂ ਅਸੀਂ ਬਹਿ ਜਾਵਾਂਗੇ। ਸਾਡੇ ਹੱਥ ਵੀ ਕੁਝ ਨਹੀਂ ਹੈ। ਲਾਟੂ ਮਧਾਣੀਆਂ ਅਨਗਾ ਪੰਖੀ ਪਾਉਂਦੇ ਆ ਲੈਣ ਨਾ ਸਾ, ਬਹਿ ਗਏ ਕਰਮਾਂ ਵਿੱਚ। ਕਿਉਂਕਿ ਥਿਰ ਨਹੀਂ ਹੈ ਕੁਝ ਵੀ, ਮੇਰਾ ਕੰਟਰੋਲ ਨਹੀਂ ਹੈ ਕਿਧਰੇ ਵੀ। ਮਹਾਰਾਜ ਦੇ ਇਹਨਾਂ ਬਚਨਾਂ ਨਾਲ ਅੱਜ ਦੀ ਮੈਂ ਆਪ ਤੋਂ ਆਗਿਆ ਲੈਣਾ ਚਾਹੁੰਦਾ ਵਾਂ। ਭੁੱਲਾਂ ਛਿੰਮਾਂ ਦੀ ਮਾਫੀ ਦੇਣਾ। ਜੇ ਕੋਈ ਕੁਝ ਕਹਿਣਾ ਚਾਹੇ ਤਾਂ ਮੋਸਟ ਵੈਲਕਮ।